का स्वागत है। मैं राजकरणवीर सिंह जुड़ चुके ने इस टाइम मेरे नाल हरजोत सिंह खालसा जी। हरजोत सिंह जी आइਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 29 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਜੇ ਇਸ ਟਾਈਮ ਹਾਰਡਸ਼ਿਪ ਚੱਲ ਰਹੀ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਕਰਜ਼ੇ ਜੋ ਚੜ੍ਹਿਆ ਆ ਉਸ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਕਾਲ ਕਰੋ ਨਿਰਮਲ ਸਿੰਘ ਮਾਨ ਹੁਣਾਂ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਦੇ ਵੱਲ ਚਲੀਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜਿਹੜਾ ਹਸ਼ਮਨੀ ਕ੍ਰਿਮੀਨਲ ਕੇਸ ਹੈਗਾ, ਉਹਦੇ ਸੰਬੰਧ ਦੇ ਵਿੱਚ ਯੂਰੀ ਜੋ ਆ ਉਸਨੇ ਆਲਰੇਡੀ ਆਪਣੀ ਡੈਲੀਬਰੇਸ਼ਨਸ ਜਿਹੜੀਆਂ ਆ ਉਹ ਸ਼ੁਰੂ ਕਰ ਦਿੱਤੀਆਂ ਹੈਗੀਆਂ ਆ। ਸੋ 7 ਉਹਨਾਂ 'ਚ ਬੰਦੇ ਆ, 5 ਲੇਡੀਜ਼ ਹੈਗੀਆਂ। ਇੱਕ ਪ੍ਰਾਈਵੇਟ ਰੂਮ ਦੇ ਵਿੱਚ 11:30 ਵਜੇ ਜਿਹੜਾ ਉੱਧਰਲਾ ਟਾਈਮ ਹੈਗਾ ਆ, ਉਹਦੇ ਮੁਤਾਬਕ ਉਹਨਾਂ ਨੇ ਇਹ ਡੈਲੀਬਰੇਸ਼ਨਸ ਸ਼ੁਰੂ ਕੀਤੀਆਂ ਹੈਗੀਆਂ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਪਹਿਲਾ ਇਹ ਕ੍ਰਿਮੀਨਲ ਟਰਾਇਲ ਹੈਗਾ। ਜੱਜ ਨੇ ਉਹਨਾਂ ਨੂੰ ਜੋ ਜੂਰਰਸ ਹੈਗੇ ਆ ਇੰਸਟਰਕਸ਼ਨਸ ਵੀ ਦਿੱਤੀਆਂ ਹੈਗੀਆਂ ਤੇ ਜੱਜ ਓਆਨ ਐਮ ਮਰਚੈਨ ਨੇ ਜੂਰਰਸ ਨੂੰ ਦੱਸਿਆ ਵੀ ਇਹ ਮੇਰੀ ਰਿਸਪੌਂਸਿਬਿਲਿਟੀ ਨਹੀਂ ਹੈਗੀ ਵੀ ਐਵੀਡੈਂਸ ਨੂੰ ਜੱਜ ਤੁਸੀਂ ਕਿਸ ਤਰ੍ਹਾਂ ਕਰਨਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ 34 ਕਾਊਂਟਸ ਆਫ ਫਾਲਸੀਫਾਈਂਗ ਬਿਜ਼ਨਸ ਰੈਕਰਡ ਉਹਨਾਂ ਦੀ ਕੰਪਨੀ ਦੇ ਵਿੱਚ ਤੇ ਹੋਰ ਜਿਹੜੇ ਆ ਇਹਨਾਂ ਚਾਰਜਸ ਦੇ ਵਿੱਚ ਉਹਨਾਂ ਦੇ ਉੱਤੇ ਚਾਰਜ ਲਾਏ ਗਏ ਹੈਗੇ ਆ। ਉਹਨਾਂ ਦੀ 2016 ਦੀ ਜੋ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕੈਂਪੇਨ ਸੀ, ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵਕੀਲ ਮਾਈਕਲ ਕੋਹਨ, ਜਿਹੜੇ ਉਹਨਾਂ ਦੇ ਪਹਿਲੇ ਵਕੀਲ ਸੀ, ਉਹਨਾਂ ਨੇ ਇਹ ਜਿਹੜਾ ਆ ਦੱਸਿਆ ਸੀ ਵੀ $1,30,000 ਇੱਕ ਜੋ ਪੌਰਨ ਸਟਾਰ ਐਕਟਰ ਹੈਗੀ ਸਟੋਰਮੀ ਡੈਨੀਅਲਸ, ਉਹਨੂੰ ਦਿੱਤੇ ਗਏ ਆ ਤਾਂ ਕਿ ਉਹ ਚੁੱਪ ਰਹੇ ਤੇ ਉਹਦਾ ਵੋਟਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਅਸਰ ਨਾ ਪਵੇ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਨਾਟ ਗਿਲਟੀ ਪਲੀਆ ਕੀਤਾ ਹੈਗਾ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀਆਂ ਪੇਮੈਂਟਸ ਦਿੱਤੀਆਂ ਗਈਆਂ ਸੀਗੀਆਂ ਇਹ ਲੈਜੀਟੀਮੇਟ ਲੀਗਲ ਸਰਵਿਸਿਜ਼ ਲਈ ਦਿੱਤੀਆਂ ਗਈਆਂ ਸੀਗੀਆਂ। ਜੀ, ਹੁਣ ਜਿੰਨੀ ਦੇਰ ਤੱਕ ਜਿਊਰੀ ਡੈਲੀਬਰੇਟ ਕਰ ਰਹੀ ਆ ਤੇ ਉਨੀ ਦੇਰ ਤੱਕ ਮੈਨਹੈਟਨ ਦੇ ਕੋਰਟ ਹਾਊਸ ਦੇ ਵਿੱਚ ਟਰੰਪ ਹੋਣਾ ਨੂੰ ਅੰਦਰ ਰਹਿਣਾ ਪਊਗਾ। ਇਹ ਇੱਕ ਪ੍ਰੋਸੈਸ ਦਾ ਹਿੱਸਾ ਆ ਤੇ ਕਹਿੰਦੇ ਵੀ ਸਾਬਕਾ ਰਾਸ਼ਟਰਪਤੀ ਟਰੰਪ ਹੋਣੀ ਉੱਥੇ ਹੱਸਦੇ ਹੋਏ ਨਜ਼ਰ ਆਏ ਆ। ਹੁਣ ਤੱਕ ਤਕਰੀਬਨ 1 ਘੰਟਾ ਜਿਹੜੇ 50 ਮਿੰਟ ਜਿਹੜੇ ਹੋ ਗਏ ਆ ਜਿਊਰੀ ਨੂੰ ਜਿਹੜੀ ਆ ਡੈਲੀਬਰੇਸ਼ਨ ਕਰਦਿਆਂ ਹੋਇਆਂ। ਕਈ ਵਾਰੀ ਸਮਾਂ ਵੱਧ ਵੀ ਲੱਗਦਾ ਆ, ਘੱਟ ਵੀ ਜਿਹੜਾ ਉਹ ਲੱਗ ਜਾਂਦਾ ਆ। ਸੋ ਹੁਣ ਦੇਖੋ ਕੀ ਜਿਹੜਾ ਉਹ ਹੁੰਦਾ ਆ। ਜਿਹੜੇ ਮਰਚਨ ਆ, ਜੱਜ ਵਾਨ ਮਰਚਨ, ਉਹਨਾਂ ਨੇ ਜਿਹੜਾ ਦੋਨਾਂ ਹੀ ਪਾਰਟੀਆਂ ਨੂੰ ਜਿਹੜਾ ਉਹ ਕਿਹਾ ਆ ਵੀ ਤੁਸੀਂ ਬਿਲਡਿੰਗ ਛੱਡ ਕੇ ਜਿਹੜਾ ਆ ਉਹ ਨਹੀਂ ਜਾ ਸਕਦੇ ਹੈਗੇ। ਤੇ ਉਮੀਦ ਤਾਂ ਇਹੀ ਆ ਵੀ ਹੁਣ ਜਿਹੜੇ ਆ ਇਸ ਦੇ ਵਿੱਚ ਕੋਈ ਨਾ ਕੋਈ ਅੱਜ ਹੀ ਫੈਸਲਾ ਜਿਹੜਾ ਆ ਉਹ ਆ ਜਾਵੇਗਾ। 34 ਕਾਊਂਟਸ ਦੇ ਵਿੱਚ ਕਹਿੰਦੇ ਵੀ 11 ਇਨਵਾਇਸਾਂ, 12 ਵਾਊਚਰ, 11 ਚੈੱਕ ਅਜਿਹੇ ਨੇ ਜਿਹੜੀਆਂ ਪੇਮੈਂਟਸ ਦਿੱਤੀਆਂ ਗਈਆਂ ਸੀਗੀਆਂ ਕੋਹਨ ਨੂੰ, ਜਿਹਦੇ ਵਿੱਚ ਬੋਨਸ ਮਨੀ, ਰੀਪੇਮੈਂਟ ਟੂ ਟੈਕ ਕੰਪਨੀ ਤੇ ਹੋਰ ਆਫਸੈਟ ਟੈਕਸਿਸ ਕਰਨ ਦੇ ਲਈ ਜਿਹੜੀ ਆ ਮਨੀ ਆ ਉਸ ਦੇ ਵਿੱਚ ਸੀਗੀ। ਟਰੰਪ ਹੋਣਾ ਨੇ ਡਿਨਾਈ ਕੀਤਾ ਆ, ਕਹਿੰਦੇ ਵੀ ਮੈਨੂੰ ਕੋਈ ਵੀ ਇਹ ਰੀਇੰਬਰਸਮੈਂਟ ਦੀਆਂ ਜਿਹੜੀਆਂ ਕੋਹਨ ਨੂੰ ਗਈਆਂ ਆ ਉਸ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈਗੀ। ਤੇ ਜਿਹੜੀ ਸਟੋਰਮੀ ਡੈਨੀਅਲਸ ਦੇ ਨਾਲ ਉਸ ਦਾ ਐਨਕਾਊਂਟਰ ਹੋਇਆ ਆ
ਟਰੰਪ ਹੁਣਾਂ ਦਾ ਆਪਣਾ ਜਿਹੜਾ ਆ ਉਸ ਨੂੰ ਲੈ ਕੇ ਵੀ ਉਹ ਡਿਨਾਈ ਜਿਹੜਾ ਆ ਉਹ ਕਰਦੇ ਆ ਰਹੇ ਹੈਗੇ ਆ। ਸੋ ਹੁਣ ਜਿਊਰੀ ਨੂੰ ਜਿਹੜੀਆਂ ਇੰਸਟਰਕਸ਼ਨਸ ਆ ਉਹ ਦਿੱਤੀਆਂ ਗਈਆਂ ਆ ਜੱਜ ਜਿਹੜੇ ਮਰਚਨ ਆ ਉਹਨਾਂ ਦੇ ਦੁਆਰਾ। ਉਹਨਾਂ ਨੇ ਕਿਹਾ ਵੀ ਕੋਈ ਬਾਇਸਿਸ ਜਾਂ ਸਟੀਰੀਓਟਾਈਪ ਦੇ ਆਧਾਰ ਤੇ ਤੁਸੀਂ ਫੈਸਲਾ ਨਹੀਂ ਲੈਣਾ, ਆਪਣੇ ਜਿਹੜੇ ਪਰਸਨਲ ਡਿਫਰੈਂਸਿਸ ਹੈਗੇ ਆ ਉਹਨਾਂ ਨੂੰ ਲਾਂਭੇ ਰੱਖ ਕੇ ਇਹ ਤੁਸੀਂ ਫੈਸਲਾ ਲੈਣਾ ਆ। ਤੇ ਕਹਿੰਦੇ ਵੀ ਟਰੰਪ ਹੁਣਾਂ ਦੇ ਅਗੇਂਸਟ ਨਹੀਂ ਤੁਸੀਂ ਇਸ ਨੂੰ ਹੋਲਡ ਕਰ ਸਕਦੇ ਵੀ ਉਹਨੇ ਟੈਸਟੀਫਾਈ ਇਸ ਦੇ ਵਿੱਚ ਨਹੀਂ ਕੀਤਾ ਹੈਗਾ। ਇਹ ਚੀਜ਼ਾਂ ਨੂੰ ਜਿਹੜਾ ਉਹ ਤੁਸੀਂ ਸਾਈਡ ਤੇ ਰੱਖਣਾ। ਸੋ ਘੱਟੋ ਘੱਟ 15-20 ਪੁਆਇੰਟ ਕਹਿੰਦੇ ਵੀ ਜੱਜ ਨੇ ਜਿਊਰੀ ਨੂੰ ਜਿਹੜੇ ਉਹ ਦੱਸੇ ਵੀ ਤੁਸੀਂ ਆਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਫਿਰ ਹੀ ਜਿਹੜਾ ਆ ਉਹ ਅੱਗੇ ਜਿਹੜਾ ਉਹ ਵਧਣਾ ਆ ਤੇ ਫਿਰ ਫੈਸਲਾ ਜਿਹੜਾ ਉਹ ਲੈਣਾ ਆ। ਇੱਥੋਂ ਤੱਕ ਇਹ ਵੀ ਕਿਹਾ ਗਿਆ ਵੀ ਜੂਰਰਸ ਨੂੰ ਵੀ ਜਿਹੜੇ ਨੋਟਸ ਆ ਉਹ ਨਹੀਂ ਵਰਤੇ ਜਾ ਸਕਦੇ ਐਵੀਡੈਂਸ ਦੀ ਜਿਹੜੀ ਉਹ ਥਾਂ ਦੇ ਉੱਤੇ। ਜਿਹੜਾ ਐਵੀਡੈਂਸ ਆ ਉਹਨੂੰ ਐਵੀਡੈਂਸ ਦੇ ਤੌਰ ਤੇ ਹੀ ਦੇਖ ਕੇ ਜਿਹੜਾ ਉਹ ਕੀਤਾ ਜਾਵੇ। ਸੋ ਹੁਣ ਤੋਂ ਕੁਝ ਘੰਟਿਆਂ ਤੱਕ ਉਮੀਦ ਇਹੀ ਆ ਵੀ ਇਸ ਦਾ ਜਿਹੜਾ ਫੈਸਲਾ ਆ ਉਹ ਆ ਜਾਵੇਗਾ। ਸਾਬਕਾ ਰਾਸ਼ਟਰਪਤੀ ਹੁਣਾਂ ਦੇ ਉੱਤੇ ਪਹਿਲੀ ਦੀ ਜਿਹੜਾ ਕੋਈ ਕ੍ਰਿਮੀਨਲ ਕੇਸ ਦਾ ਜਿਹੜਾ ਟ੍ਰਾਇਲ ਆ ਉਹ ਚੱਲਿਆ ਆ। ਸੋ ਬਹੁਤ ਸਾਰੇ ਲੋਕਾਂ ਨੂੰ ਇਹ ਆ ਵੀ ਜੇ ਉਹ ਚਾਰਜ ਹੋ ਜਾਂਦੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜੇਲ੍ਹ ਵਿੱਚ ਜਾਊਗੇ, ਕੀ ਹੋਊਗਾ, ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜ ਸਕਦੇ ਆ ਜਾਂ ਨਹੀਂ ਲੜ ਸਕਦੇ ਹੈਗੇ। ਤੇ ਕਹਿੰਦੇ ਵੀ ਜੇਲ੍ਹ ਵਿੱਚ ਜਾਣ ਦੇ ਉਹਨਾਂ ਦੇ ਚਾਂਸਸ ਘੱਟ ਆ ਵੀ ਕਿਸੇ ਤਰ੍ਹਾਂ ਦੇ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਜਿਹੜਾ ਰੈਕਡ ਪਹਿਲਾਂ ਹੈ ਨਹੀਂ। ਲੀਗਲ ਐਕਸਪਰਟਸ ਇਹ ਕਹਿ ਰਹੇ ਹੈਗੇ ਆ। ਤੇ ਜੇ ਉਹਨਾਂ ਨੂੰ ਕਲਾਸ ਈ ਫੈਲਨੀ ਚਾਰਜਸ ਲਾਏ ਜਾਂਦੇ ਆ ਨਿਊਯਾਰਕ ਦੇ ਵਿੱਚ, ਉਹਦੀ 16 ਮਹੀਨੇ ਦੀ 16 ਮਹੀਨੇ ਤੋਂ ਲੈ ਕੇ 4 ਸਾਲ ਦੀ ਜਿਹੜੀ ਜੇਲ੍ਹ ਟਰਮ ਹੁੰਦੀ ਹੈਗੀ ਆ। ਇਹ ਹੁਣ ਜਿਹੜਾ ਡਿਟਰਮਨ ਹੋਊਗਾ ਵੀ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਊਗਾ ਜਾਂ ਨਹੀਂ, ਜਾਂ ਗਵਰਨਮੈਂਟ ਫੈਸਿਲਿਟੀ 'ਚ ਰੱਖਿਆ ਜਾਊਗਾ ਜਾਂ ਪ੍ਰਾਈਵੇਟ ਲੋਕੇਸ਼ਨ ਦੇ ਵਿੱਚ, ਜਾਂ ਲੈਸ ਰੀਸਟ੍ਰਿਕਟਿਵ ਐਕਸਪੀਰੀਅੰਸ ਜਿਹੜਾ ਪ੍ਰੋਬੇਸ਼ਨ ਵਾਲਾ ਉਹ ਹੁੰਦਾ ਹੈਗਾ। ਪਰ ਨਿਊਯਾਰਕ ਦੇ ਮੇਅਰ ਐਰਿਕ ਐਡਮ ਨੇ ਇਹ ਕਿਹਾ ਆ ਵੀ ਰਾਈਕਰਸ ਆਈਲੈਂਡ ਜੇਲ੍ਹ ਕੰਪਲੈਕਸ ਤੇ ਡਿਪਾਰਟਮੈਂਟ ਆਫ ਕਰੈਕਸ਼ਨ ਪ੍ਰੀਪੇਅਰਡ ਆ ਜੇ ਟਰੰਪ ਉਹਨਾਂ ਨੂੰ ਜੇਲ੍ਹ ਦਾ ਜਿਹੜਾ ਟਾਈਮ ਦਿੱਤਾ ਜਾਂਦਾ ਹੈਗਾ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜੇ ਉਹ ਕਨਵਿਕਟ ਹੋ ਜਾਂਦੇ ਆ ਤੇ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਫਿਸ ਦੇ ਲਈ ਰਨ ਕਰਨ ਲਈ ਡਿਸਕੁਆਲੀਫਾਈ ਨਹੀਂ ਹੁੰਦੇ। ਨਾ ਹੀ ਉਹ ਪ੍ਰੈਜ਼ੀਡੈਂਟ ਜੇ ਇਲੈਕਟ ਹੋ ਜਾਂਦੇ ਆ ਉਹ ਐਜ਼ ਏ ਪ੍ਰੈਜ਼ੀਡੈਂਟ ਸਰਵ ਕਰ ਸਕਦੇ ਹੈਗੇ ਆ। ਇਹ ਜਿਹੜੇ ਕੌਂਸਟੀਟਿਊਸ਼ਨਲ ਐਕਸਪਰਟਸ ਆ ਉਹ ਕਹਿ ਰਹੇ ਹੈਗੇ ਆ। ਇਹ 15 ਅਪ੍ਰੈਲ ਨੂੰ ਜਿਹੜਾ ਟਰਾਇਲ ਸ਼ੁਰੂ ਹੋਇਆ ਸੀ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਦੇ ਆਫਿਸ ਵੱਲੋਂ। ਉਹਨਾਂ ਨੇ ਇਹ ਜੋ ਜਿਹੜੀਆਂ ਪੇਮੈਂਟਸ ਸੀਗੀਆਂ ਉਹਨਾਂ ਦੇ ਫਾਲਸ ਰੈਕਰਡਸ ਜਿਹੜੇ ਸੀਗੇ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਕੇਸ ਆ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਅਗੇਂਸਟ ਫਾਈਲ ਕੀਤਾ ਸੀ। ਫਾਲਸੀਫਾਈਂਗ ਬਿਜ਼ਨਸ ਰੈਕਰਡਸ ਨੂੰ ਲੈ ਕੇ ਹੀ ਜਿਹੜਾ ਇਹ ਮੇਨ ਸਾਰਾ ਕੁਝ ਜਿਹੜਾ ਚੱਲ ਰਿਹਾ ਆ। ਤੇ ਉਸ ਦੇ ਵਿੱਚ ਹੀ ਜਿਹੜੀ ਸਟੋਰਮੀ ਡੈਨੀਅਲ ਪੌਰਨ ਸਟਾਰ ਆ ਉਸ ਨੂੰ ਦਿੱਤੀ ਗਈ ਪੇਮੈਂਟ ਆ ਮੈਂ ਕਹਿ ਲਓ ਵੀ ਜਿੱਦਾਂ ਧੋਖੇ ਦੇ ਨਾਲ ਦਿੱਤੀ ਗਈ ਜਿਹੜੀ ਪੇਮੈਂਟ ਇੱਕ ਹਿਸਾਬ ਦੇ ਨਾਲ ਉਹਦੇ ਵਿੱਚ ਬਿਜ਼ਨਸ ਵਾਇਲੇਸ਼ਨਸ ਆ ਉਹ ਜਿਹੜੀਆਂ ਇਸ ਪੂਰੇ ਟਰਾਇਲ ਦੇ ਵਿੱਚ ਲੱਭੀਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਵਾਈਟ ਹਾਊਸ ਨੇ ਅੱਜ ਬਿਆਨ ਦਿੱਤਾ ਵੀ ਕਹਿੰਦੇ ਵੀ ਜੋ ਇਜ਼ਰਾਈਲ ਰਾਫਾ ਦੇ ਵਿੱਚ ਕਰ ਰਿਹਾ ਹੈ ਜਿਹੜੀ ਉਹਨਾਂ ਨੇ ਸਟ੍ਰਾਈਕ ਕੀਤੀ ਆ ਤੇ ਜੋ ਇਹ ਗਰਾਊਂਡ ਅਸਾਲਟ ਹੋਇਆ ਆ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਰੈੱਡ ਲਾਈਨ ਆ ਉਹ ਉਸ ਨੂੰ ਕ੍ਰਾਸ ਨਹੀਂ ਕਰ ਰਿਹਾ ਹੈਗਾ। ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜੀ ਵਾਰਨਿੰਗ ਦਿੱਤੀ ਸੀ ਵੀ ਕੋਈ ਮੇਜਰ ਗਰਾਊਂਡ ਆਪਰੇਸ਼ਨ ਤੁਸੀਂ ਨਹੀਂ ਕਰਨਾ ਇਜ਼ਰਾਈਲ ਨੂੰ, ਕਹਿੰਦੇ ਵੀ ਉਹ ਨਹੀਂ ਹੋ ਰਿਹਾ ਹੈਗਾ। ਸੋ ਅੱਜ ਜਿਹੜੀ ਆ ਗੱਲਬਾਤ ਆ ਉਹ ਹੋਈ ਆ ਪੱਤਰਕਾਰਾਂ ਦੇ ਨਾਲ ਸੰਬੋਧਨ ਹੁੰਦੇ ਹੋਏ ਜਿਹੜੇ ਵਾਈਟ ਹਾਊਸ ਤੋਂ ਸਪੋਕਸ ਪਰਸਨ ਆ ਉਹਨਾਂ ਨੇ ਇਸ ਬਾਰੇ ਜਿਹੜੀਆਂ ਗੱਲਾਂ ਦਿੱਤੀਆਂ। ਯਾਦ ਹੋਣਾ ਵੀਕਐਂਡ ਦੇ ਉੱਤੇ ਜਿਹੜੀ 에ਅਰ ਸਟ੍ਰਾਈਕ ਹੋਈ ਸੀ ਜਿਸ ਦੇ ਵਿੱਚ ਦਰਜਨਾਂ ਹੀ ਪੈਲਸਤੀਨੀ ਮਾਰੇ ਗਏ ਸੀਗੇ ਰਾਫਾ ਦੇ ਜਿਹੜੀ ਟੈਂਟ ਸਿਟੀ ਆ ਉਸ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਪੂਰੀ ਦੁਨੀਆ ਨੇ ਇਸ ਦਾ ਬੁਰਾ ਜਿਹੜਾ ਉਹ ਮਨਾਇਆ ਸੀ। ਅਮਰੀਕਾ ਨੇ ਵੀ ਬੁਰਾ ਮਨਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹ ਡੈਲੀਬਰੇਟ ਨਹੀਂ ਸੀ, ਜਾਣਬੁੱਝ ਕੇ ਨਹੀਂ ਸੀ ਇਹ ਕੀਤਾ ਗਿਆ, ਇਹ ਅਚਨਚੇਤੇ ਸਾਰਾ ਕੁਛ ਹੋਇਆ ਆ। ਉਧਰ ਇਜ਼ਰਾਈਲੀ ਫੋਰਸਿਸ ਕਹਿੰਦੇ ਰਾਫਾ ਦੇ ਵਿੱਚ ਹੋਰ ਡੂੰਘੀਆਂ ਜਿਹੜੀਆਂ ਉਹ ਜਾ ਰਹੀਆਂ, ਹੋਰ ਅੰਦਰ ਤੱਕ ਜਾ ਰਹੀਆਂ ਆ ਤੇ ਉਹ ਬਾਰ-ਬਾਰ ਜਿਹੜੇ ਆਈਡੀਐਫ ਵਾਲੇ ਆ ਉਹ ਦੱਸ ਰਹੇ ਆ ਵੀ ਅਸੀਂ ਜਿਹੜੇ ਬਹੁਤ ਸਾਰੇ ਹਮਾਸ ਦੇ ਜਿਹੜੇ ਟੈਰਰਿਸਟ ਆ ਮਿਲੀਟੈਂਟਸ ਆ ਉਹਨਾਂ ਨੂੰ ਅਸੀਂ ਮਾਰ ਰਹੇ ਹਾਂ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਮੈਨ ਜੌਨ ਕਰਬੀ ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਕਹਿੰਦੇ ਅਮਰੀਕਾ ਨੇ ਕੋਈ ਅੱਖ ਨਹੀਂ ਜਿਹੜੀ ਉਹ ਬੰਦ ਕੀਤੀ ਹੋਈ, ਬਲਾਈਂਡ ਆਈ ਨਹੀਂ ਹੈਗੀ ਜਿਹੜੀ ਇਜ਼ਰਾਈਲ ਦੀ ਆਪਰੇਸ਼ਨ ਦੇ ਉੱਤੇ। ਇਨਫੈਕਟ ਬਾਈਡਨ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਇਜ਼ਰਾਈਲ ਨੂੰ
ਵੀ ਤੁਸੀਂ ਕੋਈ ਮੇਜਰ ਗਰਾਊਂਡ ਆਪਰੇਸ਼ਨ ਨਹੀਂ ਕਰਨਾ, ਜਿਹਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਵਾਰਨਿੰਗ ਆ ਉਸ ਨੂੰ ਤੁਸੀਂ ਪਾਰ ਕਰ ਜਾਓ, ਤੇ ਜਿਹਦੇ ਨਾਲ ਯੂਐਸ ਦੀ ਪਾਲਿਸੀ ਦੇ ਵਿੱਚ ਜਿਹੜਾ ਉਹ ਚੇਂਜ ਹੋ ਜਾਵੇ, ਜਿਹਦੇ ਵਿੱਚ ਵੈਪਨਸ ਦੀ ਸ਼ਿਪਮੈਂਟ ਨੂੰ ਰੋਕਣ ਦੀ ਜਿਹੜੀ ਚੇਤਾਵਨੀ ਆ, ਧਮਕੀ ਆ, ਉਹ ਵੀ ਨਾਲ ਸੀਗੀ। ਤੇ ਜੌਨ ਕਰਬੀ ਹੋਣਾ ਨੇ ਕਿਹਾ ਵੀ ਕਿਉਂਕਿ ਇਹ ਕੋਈ ਮੇਜਰ ਗਰਾਊਂਡ ਆਪਰੇਸ਼ਨ ਨਹੀਂ ਆ, ਸੋ ਇਹ ਜਿਹੜੀ ਲਾਈਨ ਆ ਉਹਨਾਂ ਨੇ ਕ੍ਰਾਸ ਨਹੀਂ ਕੀਤੀ ਹੈਗੀ। ਉਹਨਾਂ ਨੇ ਉਸ ਇਨਸੀਡੈਂਟ ਨੂੰ ਹੋਰਿਫਿਕ ਇਨਸੀਡੈਂਟ ਜਾਂ ਐਕਸੀਡੈਂਟ ਦੇ ਤੌਰ ਦੇ ਉੱਤੇ ਹੀ ਉਸ ਡੈਡਲੀ ਸਟ੍ਰਾਈਕ ਨੂੰ ਜਿਹੜਾ ਆ ਉਹ ਦੇਖ ਰਹੇ ਆ। ਦੂਜੇ ਪਾਸੇ ਜਿਹੜੇ ਐਕਸਪਰਟਸ ਆ, ਐਨਾਲਿਸਟ, ਉਹਨਾਂ ਨੇ ਐਨਾਲਾਈਜ਼ ਕੀਤਾ ਹੈ ਵੀ ਜੋ ਬੰਬ ਇਜ਼ਰਾਈਲ ਵੱਲੋਂ ਰਾਫਾ 'ਚ ਸਿੱਟੇ ਗਏ, ਜਿਨ੍ਹਾਂ ਦੇ ਨਾਲ ਹੁਣ ਸਿਵਲੀਅਨਸ ਦੀ ਮੌਤ ਹੋਈ ਆ, ਉਹ ਅਮਰੀਕਾ ਦੇ ਹੀ ਬਣੇ ਹੋਏ ਬੰਬ ਹੈਗੇ, GBU 39। ਦੋ ਮੁਨੀਸ਼ੀਅਨਸ ਐਕਸਪਰਟ ਆ, ਉਹਨਾਂ ਨੇ CBS ਨੂੰ ਦੱਸਿਆ, ਕਹਿੰਦੇ ਵੀ ਦਰਜਨਾਂ ਦੇ ਕਰੀਬ ਪੈਲਸਤੀਨੀਅਨ ਇਸ ਸਟ੍ਰਾਈਕ ਦੇ ਨਾਲ ਮਾਰੇ ਗਏ ਹੈਗੇ ਆ। ਇੱਕ US ਆਰਮੀ ਦੇ ਐਕਸਪਰਟ ਆ ਜੋ ਡਿਸਪੋਜ਼ਲ ਟੈਕਨੀਸ਼ੀਅਨ ਆ, ਉਹਨਾਂ ਨੇ ਦੱਸਿਆ ਵੀ ਇਹ ਮੈਂ ਕਨਫਰਮ ਕਰਦਾ ਵੀ ਇਹ ਅਮਰੀਕਾ ਦੇ ਹੀ ਜਿਹੜੇ ਬਣੇ ਹੋਏ ਬੰਬ ਹੈਗੇ ਆ, ਜੋ ਇਜ਼ਰਾਈਲ ਵਾਲਿਆਂ ਨੇ ਪੈਲਸਤੀਨੀਅਨਾਂ ਦੇ ਉੱਤੇ ਜਿਹੜੇ ਗਾਜ਼ਾ ਦੇ ਵਿੱਚ ਸਿੱਟੇ ਹੈਗੇ ਆ। ਸੋ ਇਹ ਵੱਖ-ਵੱਖ ਜਿਹੜੇ ਬਿਆਨ ਆ, ਉਹ ਵਾਈਟ ਹਾਊਸ ਕੁਛ ਕਹਿ ਰਿਹਾ ਆ, ਬਾਕੀ ਜਿਹੜੇ ਐਕਸਪਰਟ ਆ ਉਹ ਕੁਛ ਕਹਿ ਰਹੇ ਆ। ਦੂਜੇ ਪਾਸੇ ਇਜ਼ਰਾਈਲ ਵਾਲੇ ਕਹਿੰਦੇ ਵੀ ਸਾਨੂੰ ਤਾਂ 6-7 ਮਹੀਨੇ ਲੱਗ ਜਾਣੇ ਇਹ ਸਾਰਾ ਏਰੀਆ ਜਿਹੜਾ ਆ ਕਲੀਨ ਕਰਨ ਦੇ ਲਈ, ਵੀ ਸਾਡੇ ਤੇ ਨਹੀਂ ਕਿਸੇ ਦਾ ਅਸਰ। ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵੀ ਚਾਹੇ ਜੋ ਆਰਡਰ ਜਾਰੀ ਕੀਤੇ ਹੋਏ ਹੈਗੇ ਆ। ਤੇ ਇਹ ਕਹਿ ਰਿਹਾ ਆ ਵੀ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ, ਇਹ ਤਾਂ ਜੀ ਇੱਕ ਬਹੁਤ ਛੋਟਾ ਜਿਹਾ ਵੈਪਨ ਸੀ ਜਿਹੜਾ ਡਿੱਗਿਆ, ਜਿਹਦੇ ਨਾਲ ਗਲਤ ਡਿੱਗਿਆ ਹੈਗਾ, ਜਿਹਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਜਿਹੜੀ ਕੀ ਸਿਚੁਏਸ਼ਨ ਉੱਥੇ ਬਣੀ ਹੋਈ ਹੈਗੀ। ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਨਾਰਥ ਕੋਰੀਆ ਨੇ ਕਹਿੰਦੇ ਸੈਂਕੜੇ ਹੀ ਜਿਹੜੇ ਗੁਬਾਰੇ ਆ, ਬਲੂਨਸ ਆ, ਉਹ ਸਾਊਥ ਕੋਰੀਆ ਵੱਲ ਨੂੰ ਉਡਾ ਦਿੱਤੇ। ਤੇ ਪਤਾ ਨਹੀਂ ਹੁਣ ਇਹ ਮਜ਼ਾਕ ਕਰਦੇ ਆ ਕੀ ਕਰਦੇ ਆ, ਤੇ ਕਹਿੰਦੇ ਉਹਦੇ ਵਿੱਚ ਹੈ ਕੁਛ ਨਹੀਂ, ਟਰੈਸ਼ ਸੀਗਾ, ਗਾਰਬੇਜ ਜਿਹੜੇ ਦੇ ਨਾਲ ਭਰੇ ਹੋਏ ਜਿਹੜੇ ਬਲੂਨਸ ਆ, ਨਾਰਥ ਕੋਰੀਆ ਨੇ ਸਾਊਥ ਕੋਰੀਆ ਵੱਲ ਨੂੰ ਉਡਾ ਦਿੱਤੇ। ਕਹਿੰਦੇ ਵੀ ਇਹ ਇੱਕ ਬਿਜ਼ਾਰ ਜੀ ਇੱਕ ਪ੍ਰੋਵੋਕੇਸ਼ਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੋਈ ਆ। ਇਹਦੇ ਨਾਲ ਕਹਿੰਦੇ ਵੀ ਸਾਊਥ ਕੋਰੀਆ ਦੀ ਮਿਲਟਰੀ ਨੂੰ ਮੋਬਿਲਾਈਜ਼ ਕਰਨਾ ਪਿਆ, ਆਪਣਾ ਕੈਮੀਕਲ ਤੇ ਐਕਸਪਲੋਸਿਵ ਰਿਸਪੌਂਸ ਟੀਮ ਨੂੰ, ਜਿਹਦੇ ਨਾਲ ਬਾਅਦ ਦੇ ਵਿੱਚ ਇਹ ਜਿਹੜੀਆਂ ਆਬਜੈਕਟਸ ਆ ਉਹਨਾਂ ਨੂੰ ਰਿਕਵਰ ਕੀਤਾ ਗਿਆ, ਤੇ ਜਿਹੜੀ ਡੈਬਰੀ ਆ, ਮਲਬਾ ਆ, ਕਹਿੰਦੇ ਵੀ ਥਾਂ-ਥਾਂ ਦੇ ਉੱਤੇ ਮੁਲਕ ਦੇ ਵਿੱਚ ਡਿੱਗਾ ਹੈਗਾ। ਬਲੂਨਿੰਗ ਕੈਂਪੇਨ ਨਾਰਥ ਕੋਰੀਆ ਦੇ ਲੀਡਰ ਕਿਮ ਯੋਂਗ ਉਨ ਦੇ ਦੁਆਰਾ ਜਿਹੜਾ ਉਹ ਲਿਆਂਦਾ ਗਿਆ, ਜਦ ਉਸਨੇ ਮਿਲਟਰੀ ਦੇ ਸਾਇੰਟਿਸਟ ਨੂੰ ਇਹ ਕਿਹਾ ਵੀ ਜਿਹੜੀ ਇੱਕ ਇਹਨਾਂ ਨੇ ਸੈਟੇਲਾਈਟ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹੜੀ ਫੇਲ ਹੋਈ ਸੀ, ਵੀ ਉਸ ਦੇ ਜਵਾਬ ਦੇ ਵਿੱਚ ਕੁਛ ਨਾ ਕੁਛ ਹੁਣ ਕੀਤਾ ਜਾਵੇ। ਸਪੇਸ ਬੇਸਡ ਰਿਕੋਗਨੀਸ਼ਨਸ ਜਿਹੜੀ ਕੈਪੇਬਿਲਿਟੀਜ਼ ਆ, ਉਸ ਦੇ ਨਾਲ ਲੈਸ ਹੋਣ ਦੇ ਲਈ ਨਾਰਥ ਕੋਰੀਆ ਆਪਣੇ ਸੈਟੇਲਾਈਟ ਪੁਲਾੜ ਵਿੱਚ ਘੱਲਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਹੈਗਾ ਆ। US ਤੇ ਸਾਊਥ ਕੋਰੀਆ ਦੇ ਜਿਹੜੀਆਂ ਮਿਲਟਰੀ ਐਕਟੀਵਿਟੀਜ਼ ਆ, ਉਹ ਉੱਥੇ ਲਗਾਤਾਰ ਹੁੰਦੀਆਂ ਰਹਿੰਦੀਆਂ ਆ। ਤੇ ਹੁਣ ਟਰੈਸ਼ ਦੇ ਨਾਲ ਭਰੇ ਜਿਹੜੇ ਵੈਦਰ ਬਲੂਨ ਟਾਈਪ ਆ ਬਲੂਨਸ ਆ, ਨਾਰਥ ਕੋਰੀਆ ਨੇ ਸਾਊਥ ਕੋਰੀਆ ਵੱਲ ਨੂੰ ਲਾਂਚ ਕੀਤੇ ਹੈਗੇ ਆ। ਤੇ ਕਹਿੰਦੇ ਵੀ ਉਹਨੇ ਪਬਲਿਕ ਕਮੈਂਟ ਰੀਸੈਂਟਲੀ ਕੀਤਾ ਸੀਗਾ ਸੈਟੇਲਾਈਟ ਦੇ ਫੇਲੀਅਰ ਹੋਣ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਸਾਊਥ ਕੋਰੀਆ ਦੇ ਉੱਤੇ ਅਸੀਂ ਬਹੁਤ ਹੀ ਸਖਤ ਐਕਸ਼ਨ ਜਿਹੜਾ ਆ ਉਹ ਲਵਾਂਗੇ, ਜਿਸ ਦੇ ਵਿੱਚ ਦੇਖਿਆ ਗਿਆ ਵੀ 20 ਜਿਹੜੇ ਫਾਈਟਰ ਜੈਟਸ ਆ ਉਹ ਇੰਟਰ ਕੋਰੀਅਨ ਬਾਰਡਰ ਦੇ ਉੱਤੇ ਇਹਨਾਂ ਨੇ ਉਡਾਏ ਵੀ, ਜਦ ਨਾਰਥ ਕੋਰੀਆ ਦਾ ਲਾਂਚ ਆ ਫੇਲ ਹੋ ਗਿਆ ਸੀ। ਜੀ ਬਿਲਕੁਲ। ਸਾਊਥ ਦੀ ਮਿਲਟਰੀ ਨੇ 260 ਦੇ ਕਰੀਬ ਜਿਹੜਾ ਆ ਕਿਹਾ ਆ ਵੀ ਨਾਰਥ ਕੋਰੀਆ ਦੇ ਬਲੂਨਸ ਫਾਈਂਡ ਕੀਤੇ ਹੈਗੇ ਵੱਖ-ਵੱਖ ਪਾਰਟਸ ਦੇ ਵਿੱਚ। ਇਹ ਬੁੱਧਵਾਰ ਬਾਅਦ ਦੁਪਹਿਰ ਉੱਥੇ ਉਹਨਾਂ ਨੇ ਲੱਭੇ ਹੈਗੇ ਆ। ਤੇ ਹੁਣ ਨਾਰਥ ਵਾਲੇ ਵੀ ਕਹਿੰਦੇ ਆ ਵੀ ਅਸੀਂ ਵੀ ਜਿਹੜਾ ਟਿਟ ਫੋਰ ਟੈਟ ਕਰਾਂਗੇ, ਅਸੀਂ ਵੀ ਇੱਦਾਂ ਦਾ ਜਿਹੜਾ ਮਟੀਰੀਅਲ ਆ ਉਹ ਸਾਊਥ ਵੱਲ ਨੂੰ ਭੇਜਾਂਗੇ, ਜਿਹੜਾ ਕਿ ਵੇਸਟ ਪੇਪਰ ਤੇ ਫਿਲਥ ਦੇ ਨਾਲ ਭਰਿਆ ਹੋਊਗਾ। ਸੋ ਲੋਕਲ ਜਿਹੜੇ ਮੀਡੀਆ ਰਿਪੋਰਟਸ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ 'ਚ ਟਾਇਲਟ ਪੇਪਰਸ, ਐਨੀਮਲ ਫੀਸਸ, ਹੋਰ ਇੱਦਾਂ ਦਾ ਜਿਹੜਾ ਬਹੁਤ ਜ਼ਿਆਦਾ ਸਮਾਨ ਸੀਗਾ। ਸੋ ਇਹ ਪਹਿਲੀ ਵਾਰੀ ਹੋਇਆ ਵੀ ਇਸ ਤਰ੍ਹਾਂ ਦਾ ਜਿਹੜਾ ਇੱਕ ਜਿਹੜਾ ਉਹਨਾਂ ਦਾ ਦੁਸ਼ਮਣ ਮੁਲਕ ਮੰਨਦੇ ਹੈਗੇ ਆ, ਉਹਨਾਂ ਵੱਲ ਨੂੰ ਇੱਦਾਂ ਦੇ ਬਲੂਨ ਉਹਨਾਂ ਨੇ ਭੇਜੇ ਹੈਗੇ ਆ। ਜੀ। ਅਗਲੀ ਖਬਰ ਕਰਦੇ ਜਾਈਏ, ਕਾਲੇ ਮੂਲ ਦੇ ਪੈਸੰਜਰਸ ਦੇ ਦੁਆਰਾ ਅਮਰੀਕਨ 에ਅਰਲਾਈਨਸ ਨੂੰ ਸੂ ਕੀਤਾ ਗਿਆ ਆ। ਉਹ ਇਹ ਦਾਅਵਾ ਕਰ ਰਹੇ, ਕਹਿੰਦੇ ਵੀ ਸਾਡੇ ਉੱਤੇ ਝੂਠਾ ਜਿਹੜਾ ਮੁਸ਼ਕ ਆਉਣ ਦਾ ਜਿਹੜਾ ਕੰਪਲੇਂਟ ਆ ਉਹ ਕੀਤੀ ਗਈ, ਜਿਸ ਕਰਕੇ ਸਾਨੂੰ ਪਲੇਨ ਦੇ ਵਿੱਚੋਂ
ਬਾਹਰ ਸਿੱਟਿਆ ਗਿਆ ਤੇ ਹੁਣ ਉਸ ਮਾਮਲੇ ਵਿੱਚ ਇਹ ਜਿਹੜੇ ਪੈਸੇਂਜਰ ਆ ਉਹਨਾਂ ਨੇ ਅਮਰੀਕਨ 에ਅਰਲਾਈਨਸ ਦੇ ਉਲਟ ਲਾ ਸੂਟ ਕੀਤਾ ਹੈ। 3 ਜਿਹੜੇ ਕਾਲੇ ਮੂਲ ਦੇ ਬੰਦੇ ਸੀ, ਉਹਨਾਂ ਨੇ ਕਿਹਾ ਵੀ ਇਹ ਬਲੇਟੈਂਟ ਤੇ ਰੇਸ ਡਿਸਕ੍ਰਿਮੀਨੇਸ਼ਨ ਅਮਰੀਕਨ 에ਅਰਲਾਈਨਸ ਦੇ ਦੁਆਰਾ ਕੀਤੀ ਗਈ ਆ। ਪਲੇਨਟਿਫਸ ਇਸ ਦੇ ਵਿੱਚ ਐਲਨ ਜੈਕਸਨ, ਐਮੈਨੂਅਲ ਜੀਨ ਜੋਸਫ ਅਤੇ ਹੈਵੀਅਰ ਵੀਲ ਤੇ ਇਸ ਦੇ ਨਾਲ ਕਹਿੰਦੇ ਵੀ 5 ਹੋਰ ਕਾਲੇ ਮੂਲ ਦੇ ਪੈਸੇਂਜਰਸ ਆ, ਉਹਨਾਂ ਨੂੰ ਅਮਰੀਕਨ 에ਅਰਲਾਈਨ ਦੀ ਫਲਾਈਟ 832 ਜੋ ਕਿ ਫੀਨਿਕਸ ਤੋਂ JFK ਨਿਊਯਾਰਕ ਨੂੰ ਜਾ ਰਹੀ ਸੀ 5 ਜਨਵਰੀ 2024 ਦੇ ਦੌਰਾਨ, ਉੱਥੋਂ ਜਿਹੜੀ ਆ ਵਿਦਆਊਟ ਐਨੀ ਵੈਲਿਡ ਰੀਜ਼ਨ ਜਿਹੜਾ ਆ ਉਹ ਕੱਢਿਆ ਗਿਆ ਹੈਗਾ ਆ। ਸੋ ਇਹ ਹੁਣ ਲਾਸੂਟ ਇਹਨਾਂ ਦੇ ਦੁਆਰਾ ਕੀਤਾ ਗਿਆ ਆ। ਸੋ ਕਹਿੰਦੇ ਵੀ ਅਮਰੀਕਨ ਰਿਪਰੈਜ਼ੈਂਟੇਟਿਵ ਐਟਲੀਸਟ ਕਹਿੰਦੇ ਵੀ ਇੱਕ ਮੰਨਦਾ ਆ ਪਲੈਂਟਿਫ ਦੇ ਨਾਲ, ਕਹਿੰਦੇ ਵੀ ਇਹਨਾਂ ਨੂੰ ਸਿੰਗਲ ਆਊਟ ਕੀਤਾ ਗਿਆ ਸੀ ਕਿਉਂਕਿ ਇਹ ਕਾਲੇ ਮੂਲ ਦੇ ਆ। ਇਹ ਅਦਾਲਤੀ ਦਸਤਾਵੇਜ਼ ਦੇ ਵਿੱਚ ਪਤਾ ਲੱਗਦਾ ਆ। ਸੈੱਲਫੋਨ ਦੀ ਫੁਟੇਜ ਉਸ ਟਾਈਮ ਦੇ ਉੱਤੇ ਵਾਇਰਲ ਜਿਹੜੀ ਆ ਉਹ ਹੋਈ ਸੀ, ਜਿਸ ਦੇ ਵਿੱਚ ਇਹ ਕਾਲੇ ਮੂਲ ਦਾ ਬੰਦਾ ਕਹਿੰਦਾ ਹੋਇਆ ਨਜ਼ਰ ਆਉਂਦਾ ਆ ਵੀ ਤੁਸੀਂ ਧੱਕੇ ਦੇ ਨਾਲ ਹੀ, ਸੋ ਦਿਸ ਇਜ਼ ਡਿਸਕ੍ਰਿਮੀਨੇਸ਼ਨ, ਵੀ ਤੁਸੀਂ ਸਾਡੇ ਨਾਲ ਨਸਲਵਾਦ ਇੱਕ ਹਿਸਾਬ ਦੇ ਨਾਲ ਕਰ ਰਹੇ ਹੈਗੇ ਆ। ਉੱਥੇ ਜਿਹੜੀ ਔਰਤ ਉਹਨਾਂ ਦੇ ਮੋਹਰੇ 에ਅਰਲਾਈਨ ਦੀ EMPLOYEE ਆਪਣੇ ਬੈਜ ਲਾ ਕੇ ਖੜੀ ਸੀ, ਉਹ ਅੱਗੋਂ ਆਈ ਐਗਰੀ ਕਹਿੰਦੀ ਹੋਈ ਨਜ਼ਰ ਇਸ ਦੇ ਵਿੱਚ ਆਉਂਦੀ ਹੈਗੀ ਆ। ਕੰਪਲੇਂਟ ਦੇ ਵਿੱਚ ਇਹ ਵੀ ਰੈਫਰ ਕੀਤਾ ਗਿਆ ਹੈ ਵੀ ਅਮਰੀਕਨ 에ਅਰਲਾਈਨ ਦੀ ਇਹ ਜਿਹੜੀ ਪੈਟਰਨ ਹੈਗਾ ਡਿਸਕ੍ਰਿਮੀਨੇਟ ਕਰਨ ਦਾ ਕਾਲੇ ਮੂਲ ਦੇ ਪੈਸੇਂਜਰਸ ਦੇ ਉਲਟ, ਇਹ ਪਹਿਲਾਂ ਵੀ ਜਿਹੜਾ ਹੋਇਆ ਹੈ, ਜਿਸ ਦੇ ਕਰਕੇ NAACP ਨੇ 2017 ਦੇ ਵਿੱਚ ਵਾਰਨਿੰਗ ਵੀ ਦਿੱਤੀ ਸੀਗੀ ਇਸ 에ਅਰਲਾਈਨ ਦੇ ਨਾਲ ਸੰਬੰਧਿਤ। ਸੋ ਹੁਣ ਇਹ ਲਾਸੂਟ ਹੋਇਆ ਆ, ਦੇਖਦੇ ਆ ਵੀ ਕਿਹਦੀ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਤੇ ਇਵੈਂਚੁਅਲੀ ਜੇ ਟਰਾਇਲ ਤੇ ਜਾਂਦਾ ਆ ਜਾਂ ਇਹ ਆਊਟ ਆਫ ਕੋਰਟ ਸੈਟਲਮੈਂਟ ਹੁੰਦੀ ਆ, ਕੀ ਇਸ ਦੇ ਵਿੱਚ ਬਣਦਾ ਆ। ਅਗਲੀ ਖਬਰ ਵੱਲ ਚੱਲੀਏ ਜੋ ਕਿ ਇੰਡੀਆ ਤੋਂ ਆ ਰਹੀ ਹੈ। ਇੰਡੀਆ ਦੇ ਵਿੱਚ ਦਿੱਲੀ 'ਚ ਟੈਂਪਰੇਚਰ ਇੰਨਾ ਜ਼ਿਆਦੇ ਆ ਵੀ ਲੋਕਾਂ ਦੇ ਲਈ ਉੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਹੈਗਾ। 122 ਡਿਗਰੀ ਫਾਰਨਹਾਈਟ ਜੋ ਕਿ 50 ਡਿਗਰੀ ਸੈਲਸੀਅਸ, ਇੰਨਾ ਜ਼ਿਆਦਾ ਉੱਥੇ ਟੈਂਪਰੇਚਰ ਆ। ਤੁਸੀਂ ਦੇਖੋ ਵੀ ਜੇ ਅਮਰੀਕਾ ਵਿੱਚ ਵੀ ਇੱਥੇ 122 ਡਿਗਰੀ ਕਦੇ-ਕਦੇ ਐਰੀਜ਼ੋਨਾ ਦੇ ਵਿੱਚ ਹੋ ਜਾਂਦਾ, ਪਰ ਉਹ ਵੀ ਬਹੁਤ ਘੱਟ ਚਾਂਸ ਆ। 115 ਕੁ ਡਿਗਰੀ ਤੱਕ ਜਾਂਦਾ ਹੈਗਾ। ਸੋ ਬਹੁਤ ਜ਼ਿਆਦਾ ਜਿਹੜੀ ਹੀਟ ਹੈਗੀ ਆ, ਰੈੱਡ ਅਲਰਟ ਭਾਰਤ ਦੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆ। ਦਿੱਲੀ ਦੇ ਵਿੱਚ ਰੈੱਡ ਅਲਰਟ ਦਾ ਮਤਲਬ ਇਹ ਹੁੰਦਾ ਹੈ ਵੀ ਇਹਦਾ ਜਿਹੜਾ ਬਹੁਤ ਜ਼ਿਆਦਾ ਚਾਂਸ ਆ ਵੀ ਲੋਕ ਹੀਟ ਇਲਨੈਸ ਦੇ ਨਾਲ, ਹੀਟ ਸਟ੍ਰੋਕ ਦੇ ਨਾਲ ਬਿਮਾਰ ਹੋਣਗੇ ਤੇ ਉਹਨਾਂ ਨੂੰ ਐਕਸਟ੍ਰੀਮ ਕੇਅਰ ਜਿਹੜੀ ਆ ਰੱਖਣੀ ਚਾਹੀਦੀ ਹੈਗੀ ਆ। ਇੰਡੀਆ ਦੀ ਮੈਟਰੋਲੋਜੀ ਜਿਹੜੀ ਡਿਪਾਰਟਮੈਂਟ ਆ, ਉਹਨਾਂ ਨੇ ਇਹ ਜਾਰੀ ਕੀਤਾ ਹੈਗਾ। ਲੋਕਾਂ ਨੂੰ ਹਜੇ ਦਿੱਲੀ ਦੇ ਵਿੱਚ ਪਾਣੀ ਤਾਂ ਮਿਲੀ ਜਾਂਦਾ ਹੈਗਾ, ਪਰ ਵਾਟਰ ਲੈਵਲ ਜਿਹੜੇ ਜਮਨਾ ਰਿਵਰ ਹੈਗਾ ਆ, ਉਹ ਘਟਦਾ ਜਾ ਰਿਹਾ ਹੈਗਾ ਤੇ ਉਹਦੇ 'ਚ ਜਿਹੜਾ ਪਾਣੀ ਆ ਬਹੁਤ ਯੂਜ਼ ਹੋ ਰਿਹਾ ਹੈਗਾ। ਜੋ ਸਿਟੀ ਆ ਦਿੱਲੀ ਆ, ਅਨਇੰਟਰਪਟਡ ਵਾਟਰ ਸਪਲਾਈ ਕਹਿੰਦੇ ਵੀ ਬਿਨਾਂ ਕਿਸੇ ਰੋਕ ਤੇ ਪਾਣੀ ਪਹੁੰਚਾ ਰਹੇ ਆ। ਲੋਕ ਸੜਕਾਂ ਤੇ, ਗੁਰੂ ਘਰਾਂ 'ਚ ਹੋਰ ਬਹੁਤ ਪਾਣੀ ਦੀ ਸੇਵਾ ਜਿਹੜੀ ਕਰ ਰਹੇ ਆ। ਬਾਹਰ ਜਿਹਨੂੰ ਵੀ ਕਿਸੇ ਨੂੰ ਜਿਹੜਾ ਪਾਣੀ ਚਾਹੀਦਾ ਹੁੰਦਾ ਆ ਤੇ ਉਹ ਬੋਤਲਾਂ ਪ੍ਰੋਵਾਈਡ ਕਰ ਰਹੇ ਹੈਗੇ ਆ। ਉੱਧਰੋਂ ਇਲੈਕਸ਼ਨ ਦਾ ਸਮਾਂ ਵੀ ਚੱਲ ਰਿਹਾ ਹੈਗਾ। 4 ਜੂਨ ਨੂੰ ਜਿਹੜੀਆਂ ਵੋਟਾਂ ਆ ਉਹ ਕਾਊਂਟ ਹੋਣੀਆਂ ਹੈਗੀਆਂ ਆ ਤੇ ਦਿੱਲੀ ਦੀ ਸਰਕਾਰ ਤੇ ਹੋਰ ਜਿਹੜੀ ਨੈਸ਼ਨਲ ਸਰਕਾਰ ਆ, ਉਹ ਐਕਸਟਰਾ ਜਿਹੜੇ ਕਹਿੰਦੇ ਪਈ ਹੋਰ ਉਹਨਾਂ ਨੇ ਅਰੇਂਜਮੈਂਟ ਕੀਤੇ ਆ ਤਾਂ ਕਿ ਜਿਹੜੀਆਂ ਪੋਲਿੰਗ ਬੂਥਸ ਹੈਗੇ, ਪੋਲਿੰਗ ਸਟੇਸ਼ਨਸ ਹੈਗੇ ਆ, ਜਿੱਥੇ ਉਹਨਾਂ ਨੇ ਵੋਟਾਂ ਕਾਊਂਟ ਕਰਨੀਆਂ ਹੈਗੀਆਂ, ਉੱਥੇ ਲੋਕਾਂ ਨੂੰ ਜਿਹੜੀ ਆ ਰਾਹਤ ਮਿਲ ਸਕੇ। ਜੀ, ਜੀ। ਇੱਕ ਬ੍ਰੇਕ ਲਵਾਂਗੇ ਹੁਣ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ। ਇਕੋਨਮੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਲੈ ਕੇ ਜਿਹੜਾ ਆਪਾਂ ਹਾਜ਼ਰ ਹੁੰਦੇ ਹਾਂ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਵਧੀਆ। ਡਾਲਰ ਟਰੀ ਨੇ ਜਿਹੜੇ 99 ਸੈਂਟ ਸਟੋਰ ਆ ਉਹਨਾਂ ਨੂੰ ਖਰੀਦ ਲਿਆ ਹੈਗਾ ਆ। 99 ਸੈਂਟ ਸਟੋਰਸ ਬੈਂਕਰਪਸੀ ਦੇ ਲਈ ਫਾਈਲ ਕਰ ਚੁੱਕੇ ਸੀਗੇ। ਇਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਆਪਣੀਆਂ 370 ਲੋਕੇਸ਼ਨਸ ਦੇ ਨਾਲ ਬੈਂਕਰਪਸੀ ਦੇ ਲਈ ਫਾਈਲ ਕੀਤਾ ਆ। ਹੁਣ ਕਹਿੰਦੇ ਵੀ 99 ਸੈਂਟਸ ਨੂੰ ਬਾਏ ਬਾਏ ਹੋ ਗਈ ਆ ਤੇ ਡਾਲਰ ਟਰੀ ਜਿਹੜੇ ਹੁਣ ਤੁਹਾਨੂੰ ਦਿਖਣਗੇ। ਕਹਿੰਦੇ ਵੀ ਇਹਨਾਂ ਨੇ 170 ਦੇ ਵਿੱਚੋਂ 170 ਲੀਜ਼ਾਂ ਜਿਹੜੀਆਂ ਆ ਉਹ ਅਕਵਾਇਰ ਕਰ ਲਈਆਂ, ਜਿਹੜੇ 99 ਸੈਂਟ ਓਨਲੀ ਸਟੋਰਸ ਹੁੰਦੇ ਸੀ ਐਰੀਜ਼ੋਨਾ, ਕੈਲੀਫੋਰਨੀਆ, ਨਵਾਡਾ ਤੇ ਟੈਕਸਸ ਦੇ ਵਿੱਚ। ਤੇ ਇਹਨਾਂ ਦੀ ਥਾਂ ਦੇ ਉੱਤੇ ਹੁਣ ਡਾਲਰ ਟਰੀ ਆ ਉਹ ਰੀਓਪਨ ਕਰਨਗੇ ਆਪਣੇ ਜਿਹੜੇ ਪ੍ਰੋਡਕਟਸ ਆ ਉਸ ਦੇ ਨਾਲ। ਕਹਿੰਦੇ ਵੀ ਬ੍ਰਾਂਡ ਦੀ ਜਿਹੜੀ ਬਿਗਨਿੰਗ ਆ ਉਹ ਇਸ ਫਾਲ ਦੇ ਵਿੱਚ, ਅਗਸਤ ਬਾਅਦ ਦੇ ਵਿੱਚ ਉਸ ਦੌਰਾਨ ਹੋਊਗੀ। ਦੋ ਚੇਨਸ ਉਦਾਂ ਦੇਖਣ ਨੂੰ ਸੁਣਨ ਨੂੰ ਇੱਕੋ ਜਿਹੀਆਂ ਜਿਹੜੀਆਂ ਉਹ ਲੱਗਦੀਆਂ ਆ, ਪਰ ਸੀਗੀਆਂ ਕਹਿੰਦੇ ਵੀ ਕਾਫੀ ਜਿਹੜੀਆਂ ਉਹ ਡਿਫਰੈਂਟ। 99 ਸੈਂਟ ਜਿਹੜੇ ਓਰੀਜਨਲ ਚੇਨ ਸੀਗੀ, ਗਰੋਸਰੀ ਵੀ ਜਿਹੜੀ ਆ ਉਹ ਸੈੱਲ ਕਰਦੀਆਂ ਸੀ। ਡਾਲਰ ਟਰੀ ਜਦ ਕਿ ਨੈਸ਼ਨਲ ਕੰਪਨੀ ਆ ਤੇ ਸਬ ਅਰਬਨ ਲੋਕੇਸ਼ਨ ਦੇ ਉੱਤੇ ਦੇਖਿਆ ਜਾਂਦਾ ਆ। ਤੇ ਇਸ ਦੇ ਵਿੱਚ ਕਈ ਤਰੀਕੇ ਦਾ ਜਿਹੜਾ ਮਰਚੈਂਡਾਈਜ਼, ਪਾਰਟੀ ਸਪਲਾਈ, ਹੋਮ ਗੁੱਡਸ, ਇਹ ਸਾਰਾ ਕੁਝ ਜਿਹੜਾ ਹੈ ਉੱਥੇ ਮਿਲਦਾ ਆ। ਡਾਲਰ ਟਰੀ ਨੇ ਜਿਹੜੇ ਕੋਵਿਡ ਤੋਂ ਬਾਅਦ ਦੇ ਵਿੱਚ ਮਹਿੰਗਾਈ, ਇਨਫਲੇਸ਼ਨ ਜਿਹੜੀ ਹੈ ਲਗਾਤਾਰ ਵਧਣ ਤੋਂ ਬਾਅਦ ਚ ਉਹਨਾਂ ਨੇ ਇਹ ਫੈਸਲਾ ਲਿਆ ਸੀ ਵੀ ਹੁਣ ਉੱਥੇ ਸਾਰਾ ਕੁਝ ਡਾਲਰ ਦਾ ਨਹੀਂ ਬਲਕਿ $1.25 ਦਾ ਜਿਹੜਾ ਆ ਉਹ ਹੋਇਆ ਕਰੇਗਾ। ਸੋ ਹੁਣ 99 ਸੈਂਟ ਸਟੋਰਸ ਦੀ ਥਾਂ ਦੇ ਉੱਤੇ ਜੋ ਕਿ ਬੈਂਕਰਪਸੀ ਫਾਈਲ ਕਰਕੇ ਸੀਗੇ, ਡਾਲਰ ਟਰੀ ਜਿਹੜੇ ਉਹ ਆਪਾਂ ਨੂੰ ਦਿਖਣਗੇ। 317 ਚੋਂ 170 ਲੀਜ਼ੀਜ਼ ਉਹਨਾਂ ਨੇ ਅਕਵਾਇਰ ਕਰ ਲਈਆਂ ਆ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਸਾਡੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈਗੇ ਆ, ਮੈਯੋਰਕਸ, ਉਹਨਾਂ ਨੇ ਇਹ ਕਿਹਾ ਆ ਵੀ ਕਈ ਲੋਕ ਜੋ ਬਾਰਡਰ ਕ੍ਰਾਸ ਕਰਕੇ ਆ ਰਹੇ ਆ ਉਹ ਟਰਾਈ ਟੂ ਗੇਮ ਦਾ US ਅਸਾਈਲਮ ਸਿਸਟਮ। ਉਹ ਪਈ ਜੋ US ਦੇ ਵਿੱਚ ਅਸਾਈਲਮ ਸਿਸਟਮ ਆ ਜਿਹਦੇ ਤਹਿਤ ਤੁਹਾਨੂੰ ਅਸਾਈਲਮ ਦਿੱਤਾ ਜਾਂਦਾ ਆ, ਉਸ ਦੇ ਨਾਲ ਪਲੇ ਕਰ ਰਹੇ ਹੈਗੇ ਆ, ਉਹਨੂੰ ਮਿਸਯੂਜ਼ ਕਰ ਰਹੇ ਹੈਗੇ ਆ। ਇਹ ਉਹਨਾਂ ਨੇ ਕੱਲ ਇੱਕ CBS ਨਿਊਜ਼ ਦੇ ਨਾਲ ਜਿਹੜੀ ਆ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ ਹੈਗਾ। ਪਹਿਲੀ ਵਾਰੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਕਿਸੇ ਆਫੀਸ਼ੀਅਲ ਨੇ ਇਹ ਮੰਨਿਆ ਹੈਗਾ ਵੀ ਇਹ ਸਿਸਟਮ ਦਾ ਮਿਸਯੂਜ਼ ਵੀ ਹੋ ਰਿਹਾ ਹੈਗਾ। ਹਾਲਾਂਕਿ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਵੀ ਨਹੀਂ, ਜਿਹੜੇ ਲੋਕਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਹੀ ਅਲਾਓ ਕੀਤਾ ਜਾਂਦਾ ਹੈਗਾ ਆ। ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜਾ ਇਮੀਗ੍ਰੇਸ਼ਨ ਆ ਇਹ ਇੱਕ ਵਨ ਆਫ ਦਾ ਪ੍ਰੈਜ਼ੀਡੈਂਟ ਬਾਈਡਨ ਦਾ ਵਰਸਟ ਪੋਲਿੰਗ ਇਸ਼ੂ ਹੈਗਾ ਇਸ ਵਾਰ ਇਲੈਕਸ਼ਨ ਦੇ ਵਿੱਚ। ਤੇ ਟੌਪ ਕੰਸਰਨ ਆ ਵੋਟਰਸ ਦਾ, ਜਿਹੜੀਆਂ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀਆਂ। ਨੰਬਰ 1 ਜਿਹੜਾ ਕੰਸਰਨ ਆ ਇਮੀਗ੍ਰੇਸ਼ਨ ਦਾ, ਫਿਰ ਇਨਫਲੇਸ਼ਨ ਦਾ ਹੈਗਾ ਆ, ਫਿਰ ਹੋਮਲੈਸਨੈਸ ਤੇ ਕ੍ਰਾਈਮ ਦਾ। ਤਿੰਨ ਜਿਹੜੇ ਮੇਨ ਇਸ਼ੂ ਇਸ ਟਾਈਮ ਜਿਹੜੇ ਬਣਦੇ ਨਜ਼ਰ ਆ ਰਹੇ ਹੈਗੇ, ਜਿਨ੍ਹਾਂ ਚੋਂ ਮੇਨ ਹੁਣ ਇਮੀਗ੍ਰੇਸ਼ਨ ਦਾ, ਜਿਹਦੇ ਕਰਕੇ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਜਿਹੜੇ ਆਪਣੀ ਸਫਾਈ ਆ ਉਹ ਦੇਣੀ ਪੈ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਾਫੀ ਲੰਮੇ ਸਮੇਂ ਤੋਂ ਕਹਿ ਰਹੇ ਆ ਵੀ ਜਿਹੜੇ ਮਾਈਗ੍ਰੈਂਟਸ ਆ ਉਹ ਚੀਟ ਕਰ ਰਹੇ ਆ, ਅਬਿਊਜ਼ ਕਰ ਰਹੇ ਆ US ਦਾ ਅਸਾਈਲਮ ਪ੍ਰੋਸੈਸ ਨੂੰ। ਤੇ ਇਨਡੈਫੀਨਿਟਲੀ ਕਹਿੰਦੇ ਵੀ ਮੁਲਕ ਦੇ ਵਿੱਚ ਰਹਿ ਰਹੇ ਹੈਗੇ ਆ। ਤੇ ਉਹ ਕਹਿੰਦੇ ਵੀ ਸਾਨੂੰ ਇਹਦੇ ਤੇ ਰਿਸਟ੍ਰਿਕਸ਼ਨ ਲਾਣੀ ਚਾਹੀਦੀ ਆ ਜਾਂ ਬੈਨ ਲਾਣਾ ਚਾਹੀਦਾ ਆ। ਜਿਹੜੇ ਨੋਨ ਐਗਜ਼ਿਸਟਿੰਗ ਕੇਸਿਸ ਹੈਗੇ ਜਾਂ ਜਿਹੜੇ ਬਿਲਕੁਲ ਝੂਠ ਬੋਲ ਕੇ ਐਂਟਰ ਹੋਣਾ ਚਾਹੁੰਦੇ ਹੈਗੇ ਆ। ਬਹੁਤ ਸਾਰੇ ਲੋਕ ਤਾਂ ਇਹ ਵੀ ਸੋਚਦੇ ਆ ਵੀ ਜੇ ਟਰੰਪ ਹੁਣੀ ਆ ਗਿਆ ਤਾਂ ਮਾਸ ਡਿਪੋਰਟੇਸ਼ਨ ਜਿਹੜੀ ਆ ਉਹ ਹੋ ਸਕਦੀ ਹੈਗੀ। ਹਾਲਾਂਕਿ ਇੱਥੇ ਜਿਹੜੀਆਂ ਕੋਰਟਸ ਆ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਜਿਹੜੀਆਂ ਪਾਵਰਸ ਹੈਗੀਆਂ। ਪਰ ਇਸ ਇਸ਼ੂ ਨੂੰ ਦੇਖਦੇ ਹੋਏ ਮੈਯੋਰਕਸ ਆ ਉਹਨਾਂ ਨੇ ਕਿਹਾ ਵੀ ਪਿਛਲੇ ਸਮੇਂ ਨਾਲੋਂ ਹੁਣ ਪਿਛਲੇ 5-6 ਮਹੀਨਿਆਂ ਦੇ ਨੂੰ ਜੇ ਕੰਪੇਅਰ ਕਰਦੇ ਜਾਈਏ, ਜਿਹੜੇ ਮਾਈਗ੍ਰੈਂਟਸ ਆ ਉਹ US ਮੈਕਸੀਕੋ ਬਾਰਡਰ ਤੋਂ ਜੋ ਕ੍ਰਾਸ ਕਰਦੇ ਹੈਗੇ ਆ ਉਹਨਾਂ ਦੇ ਵਿੱਚ 50% ਦੇ ਕਰੀਬ ਘਾਟਾ ਹੋਇਆ ਹੈਗਾ। ਤੇ ਉਹ ਕਹਿੰਦੇ ਵੀ ਅਸੀਂ ਜਿਹੜਾ ਨਵਾਂ ਇੱਕ ਲਾਅ ਬਣਾਇਆ ਸੀ ਜਿਹਦੇ ਮੁਤਾਬਕ ਜਿਹੜੇ ਮੁਲਕ 'ਚੋਂ ਤੁਸੀਂ ਆ ਰਹੇ ਆ ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਪੋਲੀਟੀਕਲ ਅਸਾਈਲਮ ਲੈਣਾ ਪਊਗਾ, ਚਾਹੇ ਜਿੱਦਾਂ ਮੈਕਸੀਕੋ 'ਚ ਜਾਂ ਉੱਧਰ ਕੈਨੇਡਾ ਦੇ ਵਿੱਚ। ਉਹਦੇ ਨਾਲ ਵੀ ਲੋਕ ਜਿਹੜੇ ਆ ਉਹ ਘੱਟ ਐਂਟਰ ਹੋ ਰਹੇ ਆ। ਪਰ ਜੋ ਖਬਰਾਂ ਆ ਰਹੀਆਂ ਆ ਹੁਣ ਮੈਕਸੀਕੋ ਵਾਲੀ ਸਾਈਡ ਨਾਲੋਂ ਕੈਨੇਡਾ ਵਾਲੀ ਸਾਈਡ ਤੋਂ ਲੋਕ ਕਾਫੀ ਵੱਡੀ ਗਿਣਤੀ 'ਚ ਅਮਰੀਕਾ 'ਚ ਐਂਟਰ ਹੁੰਦੇ ਆ। ਤੇ ਬਹੁਤ ਸਾਰੇ ਲੋਕ
ਸਾਡੇ ਰੇਡੀਓ ਦੇ ਉੱਤੇ ਕਈਆਂ ਦੀਆਂ ਕਾਲਸ ਵੀ ਆਈਆਂ ਜਿਨ੍ਹਾਂ ਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਇਲੀਗਲੀ ਕ੍ਰਾਸ ਕੀਤਾ। ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਹੈ ਤੇ ਕਈਆਂ ਨੂੰ ਕਿੰਨੇ-ਕਿੰਨੇ ਮਹੀਨੇ ਹੋ ਗਏ ਹੈਗੇ ਆ। ਕਿਸੇ ਨੂੰ ਛੱਡਿਆ ਨਹੀਂ ਜਾਂਦਾ ਜਿਹੜਾ ਉੱਥੇ ਫੜ ਲਿਆ ਜਾਂਦਾ ਹੈ। ਅੱਗੇ ਉਹ ਸ਼ਾਂਤ ਜਿਹਾ ਹੁੰਦਾ ਸੀਗਾ ਜੀ, ਬਾਰਡਰ, ਕਿਤੇ-ਕਿਤੇ ਕੋਈ-ਕੋਈ ਘਟਨਾ ਹੁੰਦੀ ਸੀਗੀ ਤੇ ਪਰ ਹੁਣ ਲਗਾਤਾਰ ਜਿਹੜੀਆਂ ਘਟਨਾਵਾਂ ਉੱਥੇ ਵੱਧ ਰਹੀਆਂ, ਜਿਸ ਕਰਕੇ ਜਿਹੜੇ ਡਿਟੈਂਸ਼ਨ ਸੈਂਟਰ ਆ ਅਮਰੀਕਾ ਕੈਨੇਡਾ ਦੇ ਬਾਰਡਰ ਦੇ ਉੱਤੇ, ਉਹ ਵੀ ਕਹਿੰਦੇ ਲੱਦੇ ਪਏ ਆ, ਭਰੇ ਹੀ ਪਏ ਆ। ਇਮੀਗ੍ਰੇਸ਼ਨ ਨਾਲ ਸੰਬੰਧਿਤ ਇੱਕ ਹੋਰ ਖਬਰ ਦੇ ਵਿੱਚ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਉਸ ਇੱਕ ਲੂਪ ਹੋਲ ਨੂੰ ਬੰਦ ਕਰਨ ਦੀ ਕੋਸ਼ਿਸ਼ ਦੇ ਵਿੱਚ ਆ, ਜਿਸ ਦੇ ਕਰਕੇ ਇੱਕ ਮਾਈਗ੍ਰੈਂਟ ਜੋ ਕਿ ਅੱਤਵਾਦ ਦੇ ਨਾਲ ਲਿੰਕ ਕੀਤਾ ਗਿਆ ਸੀਗਾ, ਪਰ ਉਸ ਨੂੰ ਬੌਂਡ ਦੇ ਉੱਤੇ ਛੱਡ ਦਿੱਤਾ ਗਿਆ ਸੀ। NBC ਨੇ ਇੱਕ ਸਟੋਰੀ ਰਨ ਕੀਤੀ ਸੀ, ਜਿਸ ਦੇ ਵਿੱਚ ਇਹ ਪਤਾ ਲੱਗਾ ਸੀ ਅਪ੍ਰੈਲ 11 ਨੂੰ ਹੀ ਉਹਨਾਂ ਨੇ ਕੀਤੀ ਸੀਗੀ ਵੀ ਇੱਕ ਜਿਹੜਾ ਬੰਦਾ ਜੋ ਕਿ ਅਫਗਾਨਿਸਤਾਨ ਤੋਂ ਸੀਗਾ, ਟੈਰਰਿਸਟ ਵਾਚ ਲਿਸਟ ਤੇ ਸੀਗਾ, ਮੁਹੰਮਦ ਖਰਵੀਨ 48 ਸਾਲਾਂ ਦਾ ਉਸਦਾ ਨਾਮ ਸੀ। 2023 ਚ ਉਹਨੇ ਬਾਰਡਰ ਕ੍ਰਾਸ ਕੀਤਾ। ਬਾਰਡਰ ਪੈਟਰੋਲ ਦੇ ਕੋਲ ਕੋਈ ਅਜਿਹੇ ਬਾਇਓਮੈਟ੍ਰਿਕ ਇਨਫੋਰਮੇਸ਼ਨ ਨਹੀਂ ਸੀ ਜੋ ਕਿ ਇਸ ਨੂੰ ਟੈਰਰ ਲਿਸਟ ਦੇ ਉੱਤੇ ਸ਼ੋ ਕਰਦੀ, ਜਿਸ ਕਰਕੇ ਜੱਜ ਨੂੰ ਇਸ ਨੂੰ ਬੌਂਡ ਦੇ ਉੱਤੇ ਜਿਹੜਾ ਉਹ ਛੱਡਣਾ ਪਿਆ। ਫਿਰ ਕਹਿੰਦੇ ਵੀ ਜਿੱਦਾਂ ਹੀ ਇਹ ਰਿਪੋਰਟ ਉਹਨਾਂ ਨੇ ਨਸ਼ਰ ਕੀਤੀ ਵੀ ਇਹ ਤਾਂ ਅੱਤਵਾਦ ਦੀ ਲਿਸਟ ਦੇ ਵਿੱਚ ਜੁੜਿਆ ਹੋਇਆ ਬੰਦਾ ਏਦਾਂ ਹੀ ਛੱਡ ਦਿੱਤਾ, ਤੇ ਕਹਿੰਦੇ ਨਿਊਜ਼ ਰਿਪੋਰਟ ਹੋਣ ਤੋਂ ਘੰਟਿਆਂ ਦੇ ਬਾਅਦ ਦੇ ਵਿੱਚ ਹੀ ਉਸ ਨੂੰ ਦੁਬਾਰਾ ਆਈਸ ਨੇ ਜਿਹੜਾ ਉਹ ਚੱਕ ਲਿਆ ਸੀਗਾ। ਹੁਣ ਜਿਹੜੀ ਨਵੀਂ ਪਾਲਿਸੀ ਆ 9 ਮਈ ਨੂੰ ਜਿਹੜੀ ਉਹਨਾਂ ਨੇ ਅਨਾਉਂਸ ਕੀਤੀ ਹੈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਅਲੇਹਾਂਦਰੋ ਮਾਯੋਰਕਸ ਨੇ, ਜੋ ਕਿ ਇੱਕ ਪੁਰਾਣੇ 2004 ਦੇ ਡਾਇਰੈਕਟਿਵ ਨੂੰ ਓਵਰਰਾਈਡ ਕਰਦੀ ਆ। ਕਹਿੰਦੇ ਵੀ ਇਹਦੇ ਵਿੱਚ ਪਹਿਲੋਂ ਇਹ ਸੀਗਾ ਵੀ ਕਲਾਸੀਫਾਈਡ ਇਨਫੋਰਮੇਸ਼ਨ ਸਿਰਫ ਲਾਸਟ ਰਿਜ਼ੋਰਟ ਦੇ ਤੌਰ ਦੇ ਉੱਤੇ, ਅਖੀਰਲੀ ਰਾਹ ਦੇ ਤੌਰ ਦੇ ਉੱਤੇ ਹੀ ਜਿਹੜੀ ਉਹ ਦੇਖੀ ਜਾਣੀ ਆ ਇਮੀਗ੍ਰੇਸ਼ਨ ਪ੍ਰੋਸੀਡਿੰਗ ਦੇ ਵਿੱਚ। ਤੇ ਹੁਣ ਜਿਹੜੀ ਕਹਿੰਦੇ ਵੀ ਇਸ ਪਾਲਿਸੀ ਦੇ ਤਹਿਤ ਜੇ ਕੋਈ ਬੰਦਾ ਇਦਾਂ ਟੈਰਰਿਸਟ ਵਾਚ ਲਿਸਟ ਦੇ ਉੱਤੇ ਆ ਜਾਂ ਟੈਰਰਿਜ਼ਮ ਦੇ ਨਾਲ ਜੁੜਿਆ ਆ, ਤਾਂ ਉਸ ਦੀ ਇਨਫੋਰਮੇਸ਼ਨ ਪਹਿਲਾਂ ਹੀ ਇਮੀਗ੍ਰੇਸ਼ਨ ਜੱਜ ਨੂੰ ਜਿਹੜੀ ਉਹ ਦਿੱਤੀ ਜਾ ਸਕਦੀ ਆ, ਤਾਂ ਜੋ ਉਹਨੂੰ ਛੱਡਿਆ ਨਾ ਜਾਵੇ। ਸੋ ਨੈਸ਼ਨਲ ਟੈਰਰਿਸਟ ਵਾਚ ਲਿਸਟ FBI ਦੇ ਦੁਆਰਾ ਮੇਨਟੇਨ ਕੀਤੀ ਜਾਂਦੀ ਆ। 18 ਲੱਖ ਲੋਕਾਂ ਦਾ ਨਾਮ ਆ ਉਸ ਦੇ ਵਿੱਚ, ਜੋ ਕਿ ਪੋਟੈਂਸ਼ੀਅਲ ਸਿਕਿਉਰਿਟੀ ਰਿਸਕ ਦੇ ਤੌਰ ਦੇ ਉੱਤੇ ਦੇਖੇ ਜਾਂਦੇ ਆ। 1.8 ਮਿਲੀਅਨ ਪੀਪਲ ਇਸ ਡਾਟਾ ਬੇਸ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਜਿਹੜਾ ਖਰਵਿਨ ਆ ਹਜ਼ਬੇ ਇਸਲਾਮੀ ਜਾਂ HIG ਇੱਕ ਪੋਲੀਟੀਕਲ ਤੇ ਪੈਰਾਮਿਲਟਰੀ ਆਰਗੇਨਾਈਜੇਸ਼ਨ ਆ, ਤੇ ਉਸ ਨੂੰ US ਨੇ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਗਰਦਾਨਿਆ ਆ, ਉਸ ਦਾ ਉਹ ਮੈਂਬਰ ਸੀ। ਜੀ। ਅਗਲੀ ਖਬਰ ਵੱਲ ਚਲੀਏ, ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਸਟੇਟ ਦੇ ਵਿੱਚ ਫਲੋਰੀਡਾ ਤੋਂ ਬਾਅਦ ਜੇ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਜਾਈਏ, ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਜਿਹੜੇ ਵੱਧ ਰਹੇ ਹੈਗੇ, ਖਾਸ ਕਰਕੇ ਕਾਰਾਂ ਦੀ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ। ਘਰਾਂ ਦੀ ਇੰਸ਼ੋਰੈਂਸ ਤਾਂ 80% ਇੰਸ਼ੋਰੈਂਸ ਕੰਪਨੀਆਂ ਨੇ ਇਹ ਕਹਿ ਦਿੱਤਾ ਵੀ ਅਸੀਂ ਨਵਾਂ ਬਿਜ਼ਨਸ ਲਿਖਣਾ ਨਹੀਂ। ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਨੇ ਕੈਂਸਲ ਵੀ ਕਰ ਦਿੱਤੀਆਂ। CIG, ਅਮਰੀਕਨ ਫੈਮਿਲੀ ਤੇ ਗਾਰਡ ਇੰਸ਼ੋਰੈਂਸ, ਵਰਕਸ਼ਾਇਰ ਹਾਥਵੇਜ਼, ਇਸੇ ਤਰ੍ਹਾਂ CSC, ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਨੋਟਿਸ ਮਿਲ ਰਹੇ ਹੈਗੇ। ਤੇ ਹੁਣ ਲੋਕ ਕੰਪੇਅਰ ਕਰਦੇ ਆ ਵੀ ਸਾਡਾ ਪਹਿਲਾਂ ਰੇਟ 800 1000 ਸੀ, ਹੁਣ 3000 5000 7000 ਇਦਾਂ ਹੋ ਰਿਹਾ ਹੈਗਾ। ਤੇ ਬਹੁਤ ਸਾਰੇ ਲੋਕ ਕਹਿੰਦੇ ਵੀ ਹੁਣ ਇੰਸ਼ੋਰੈਂਸ ਤੋਂ ਬਿਨਾਂ ਵੀ ਜਿਹੜੇ ਰਹਿ ਰਹੇ ਹੈਗੇ, ਖਾਸ ਕਰਕੇ ਜਿਨ੍ਹਾਂ ਦੇ ਉੱਤੇ ਲੋਨ ਹੈ ਨਹੀਂ, ਤੇ ਬਹੁਤ ਵੱਡਾ ਜਿਹੜਾ ਰਿਸਕ ਆ ਲੈ ਰਹੇ ਆ। ਉੱਤੋਂ ਆਪਾਂ ਦੇਖਿਆ ਵੀ ਇੰਸ਼ੋਰੈਂਸ ਇੰਡਸਟਰੀ ਵੀ ਬਹੁਤ ਜ਼ਿਆਦਾ ਹਰਟ ਹੋ ਰਹੀ ਆ। ਕੈਲੀਫੋਰਨੀਆ 'ਚ ਤਾਂ ਹਜੇ ਜਿਹੜਾ ਫਾਇਰ ਦਾ ਸੀਜ਼ਨ ਆਉਣਾ ਆ, ਪਰ ਜੋ ਮਿਡ ਵੈਸਟ ਦੇ ਵਿੱਚ ਟੈਕਸਸ, ਕੰਟਕੀ, ਉਹਨਾਂ ਸਟੇਟਾਂ 'ਚ ਹੋਇਆ ਟੋਰਨੇਡੋਜ਼ ਦੇ ਨਾਲ, ਤੁਸੀਂ ਦੇਖੋ ਵੀ ਇੰਸ਼ੋਰੈਂਸ ਕੰਪਨੀਆਂ ਦਾ ਉੱਥੇ ਕੀ ਹਾਲ ਹੋਊਗਾ। ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਕੰਟਕੀ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕੱਲ੍ਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਹੈਗਾ, ਇੱਕ ਡਰਾਫਟ ਉਹਦਾ ਜਿਹੜਾ ਰਿਲੀਜ਼ ਕੀਤਾ ਹੈਗਾ, ਉਹ ਜਿਹਦੇ ਮੁਤਾਬਕ ਜਿਹੜੀ ਡਿਪਾਰਟਮੈਂਟ ਆਫ ਇੰਸ਼ੋਰੈਂਸ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਰੇਟ ਵਧਾਉਣ ਦੀ ਜਿਹੜੀ ਕੋਈ ਵੀ ਕੰਪਨੀ ਰਿਕੁਐਸਟ ਕਰਦੀ ਆ, ਉਹਨਾਂ ਨੂੰ ਅਪਰੂਵਲ ਦੇਣ ਦੀ ਜਿਹੜੀ ਗੱਲ ਕੀਤੀ ਗਈ ਹੈਗੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਮੇਜਰ ਹੈਗੀਆਂ, ਜਿਹੜੀਆਂ ਆਲ ਸਟੇਟ ਫਾਰਮ, ਸਟੇਟ ਫਾਰਮ, ਇੱਦਾਂ ਦੀਆਂ ਜਿਹੜੀਆਂ ਕੰਪਨੀਆਂ ਨੇਸ਼ਨ ਵਾਈਡ, ਉਹਨਾਂ ਨੇ ਪ੍ਰੋਗਰੈਸਿਵ ਇਹ ਕਿਹਾ ਸੀ ਵੀ ਅਸੀਂ ਬਿਜ਼ਨਸ ਤਾਂ ਹੀ ਲਿਖਾਂਗੇ ਜੇ ਰੇਟ ਵਧਾਏ ਜਾਣ। ਕਈ ਵਾਰ ਇਹ ਜਿਹੜੀ ਪ੍ਰੋਸੈਸ ਆ ਸਾਲ ਤੱਕ ਸਮਾਂ ਲੱਗ ਜਾਂਦਾ ਸੀ। ਹੁਣ ਇਹ ਜੋ ਆ ਕੁਛ ਦਿਨਾਂ ਦੇ ਵਿੱਚ ਵੀ ਜਿਹੜੇ ਰੇਟ ਆ, ਇਹ ਜੇ ਉਹਨਾਂ ਨੂੰ ਅਪਰੂਵਲ ਦਿੱਤਾ ਜਾਂਦਾ ਵਧਾਉਣ ਦਾ, ਤੇ ਫੇਰ ਹੋ ਸਕਦਾ ਹੋਰ ਇੰਸ਼ੋਰੈਂਸ ਕੰਪਨੀਆਂ ਜਾਂ ਜਿਹੜੀਆਂ ਪਹਿਲਾਂ ਇੰਸ਼ੋਰੈਂਸ ਕੰਪਨੀਆਂ ਸੀਗੀਆਂ, ਉਹ ਦੁਬਾਰਾ ਕੀ ਫੇਰ ਕੈਲੀਫੋਰਨੀਆ ਦੇ ਵਿੱਚ ਦੁਬਾਰਾ ਕੀ ਬਿਜ਼ਨਸ ਲਿਖਣਾ ਸ਼ੁਰੂ ਕਰ ਦੇਣ।
ਹਾਲਾਂਕਿ ਜੋ ਰੇਟਸ ਤੁਹਾਡੇ ਪਹਿਲਾਂ ਰਹੇ ਆ, ਉਹ ਭੁੱਲ ਜਾਓ, ਉਹ ਨਹੀਂ ਆਣੇ। ਜੋ ਤੁਹਾਡੇ ਰੇਟਸ ਅੱਜ ਤੋਂ 2 ਸਾਲ ਪਹਿਲਾਂ ਸੀ, ਉਸ ਤੋਂ ਤਾਂ ਡਬਲ, ਟ੍ਰਿਪਲ, 4 ਟਾਈਮਸ ਜਿਹੜੇ ਆ ਜਿਹੜੇ ਤੁਹਾਡੇ ਰੇਟਸ ਆ, ਉਹ ਘਰਾਂ ਦੀ ਇੰਸ਼ੋਰੈਂਸ ਦੇ ਖਾਸ ਕਰਕੇ ਤੇ ਆਟੋ ਇੰਸ਼ੋਰੈਂਸ ਦੇ ਵੀ, ਕਿਉਂਕਿ ਉਹਦੇ 'ਚ ਵੀ ਜਿਹੜੀ ਲਾਸ ਰੇਸ਼ੀਓ ਆ ਇੰਸ਼ੋਰੈਂਸ ਕੰਪਨੀਆਂ ਦੀ ਬਹੁਤ ਜ਼ਿਆਦੇ ਆ। ਜਿਹੜੇ ਡਰਾਈਵਰਸ ਆ, ਉਹ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਆ, ਐਕਸੀਡੈਂਟਸ ਬਹੁਤ ਹੋ ਰਹੇ ਹੈਗੇ ਆ। ਸੋ ਕ੍ਰੇਜ਼ੀਨੈਸ ਬਹੁਤ ਹੈਗੀ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਹ ਲੋਕਾਂ ਦੇ ਉੱਤੇ ਬੋਝ ਪਊਗਾ। ਇੰਸ਼ੋਰੈਂਸ ਕੰਪਨੀਆਂ ਕਹਿੰਦੇ ਵੀ ਸਾਡੇ ਵੀ ਹੱਥ ਖੜੇ ਆ, ਅਸੀਂ ਕੀ ਕਰੀਏ? ਜਿਹੜੇ ਕੈਟਾਸਟ੍ਰੋਫਿਕ ਵਾਈਲਡ ਫਾਇਰਸ ਹੁੰਦੀਆਂ ਆ, ਕਲਾਈਮੇਟ ਚੇਂਜ ਕਰਕੇ ਇੰਨਾ ਜ਼ਿਆਦਾ ਜਿਹੜਾ ਖਤਰਾ ਆ, ਉਹ ਚੱਲ ਰਿਹਾ ਹੈਗਾ ਆ ਤੇ ਉਹ ਇਨਫਲੇਸ਼ਨ ਇੰਨੀ ਜ਼ਿਆਦਾ ਵਧੀ ਆ। ਤੁਸੀਂ ਦੇਖਦੇ ਹੀ ਆ ਵੀ ਜੇ ਹੋਮ ਜੀ, ਡਿਪੂ ਜਾਓ ਤਾਂ ਸਮਾਨ ਕਿੰਨਾ ਮਹਿੰਗਾ ਹੈਗਾ। ਜਿਹੜੀ ਜਿਹੜਾ ਘਰ ਅੱਜ ਤੋਂ 4 ਸਾਲ ਪਹਿਲਾਂ $200 ਪਰ ਸਕੁਅਰ ਫੁੱਟ ਸੀ, ਹੁਣ ਉਹ $500-600 ਪਰ ਸਕੁਅਰ ਫੁੱਟ ਦੇ ਨਾਲ ਬਣਦਾ ਹੈਗਾ। ਸੋ ਇਸ ਕਰਕੇ ਜਿਹੜੇ ਰੇਟਸ ਆ, ਉਹ ਵਧਣਗੇ। ਸੋ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ, ਉਹਦੇ ਉੱਤੇ ਬੜਾ ਪ੍ਰੈਸ਼ਰ ਆ ਵੀ ਹਾਂ, ਇਹ ਜੋ ਏਡੀ ਵੱਡੀ ਪ੍ਰੋਬਲਮ ਹੈਗੀ ਆ, ਕੈਲੀਫੋਰਨੀਆ 'ਚੋਂ ਇੰਸ਼ੋਰੈਂਸ ਕੰਪਨੀਆਂ ਛੱਡ ਕੇ ਜਾ ਰਹੀਆਂ। ਲੋਕਾਂ ਦੇ ਜਿਹੜੇ ਘਰ ਆ, ਉਹ ਜਦੋਂ ਵੇਚਦੇ ਉਹ 'ਤੇ ਪ੍ਰੋਬਲਮ ਆ ਰਹੀ ਆ। ਬਿਜ਼ਨਸ ਤੇ ਗੈਸ ਸਟੇਸ਼ਨਾਂ ਦੇ ਜਿਨ੍ਹਾਂ ਦੇ ਰੇਟ 10,000 ਸੀ ਸਾਲ ਦਾ ਜਾਂ 8,000 ਸੀ, ਉਹ $50,000 ਉਹਨਾਂ ਦਾ ਪ੍ਰੀਮੀਅਮ ਹੋ ਰਿਹਾ। ਬਹੁਤ ਸਾਰੇ ਜਿਹੜੇ ਲਿਕਰ ਸਟੋਰਸ ਹੈਗੇ, ਕਨਵੀਨੀਅੰਸ ਸਟੋਰ, ਉਹਨਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ। ਕ੍ਰਾਈਮ ਇੰਨਾ ਜ਼ਿਆਦਾ ਵਧਿਆ ਹੈਗਾ। ਸੋ ਪਿਛਲੇ ਸਾਲ ਕੰਪਨੀਆਂ ਨੇ 500 ਤੋਂ ਵੱਧ ਜਿਹੜੀਆਂ ਰਿਕੁਐਸਟ ਕੀਤੀਆਂ ਸੀਗੀਆਂ ਡਿਪਾਰਟਮੈਂਟ ਨੂੰ ਵੀ ਸਾਨੂੰ ਜਿਹੜਾ ਆ ਰੇਟ ਵਧਾਉਣ ਦੀ ਜਿਹੜੀ ਆ ਪਰਮਿਸ਼ਨ ਦਿੱਤੀ ਜਾਵੇ, ਕਿਉਂਕਿ ਇੱਕ ਪ੍ਰੋਪੋਜੀਸ਼ਨ ਕੈਲੀਫੋਰਨੀਆ 'ਚ 103 ਪਾਸ ਹੋਈ ਸੀ, ਜਿਹਦੇ ਮੁਤਾਬਕ ਜੋ ਡਿਪਾਰਟਮੈਂਟ ਆਫ ਇੰਸ਼ੋਰੈਂਸ ਆ, ਉਹਦੇ ਤੇ ਲਿਮਿਟ ਸੀ ਵੀ ਹਾਂ ਜੀ 6% ਜਾਂ ਇੰਨਾ ਹੀ ਜਿਹੜਾ ਰੇਟ ਆ ਉਹ ਹਰ ਸਾਲ ਵਧਾ ਸਕਦੇ ਹੈਗੇ ਆ। ਪਰ ਹੁਣ ਉਹ ਜਿਹੜਾ ਗਿਆ ਆ ਤੇ ਹੁਣ ਜਿਹੜਾ ਇੰਸ਼ੋਰੈਂਸ ਕਮਿਸ਼ਨਰ ਆ, ਉਹਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਸੀ। ਉਹਨਾਂ ਨੇ ਕਈ ਜਿਹੜੇ ਕੰਪਨੀਆਂ ਦੇ ਰੇਟ ਵਧਾਉਣ ਦੀ ਪਰਮਿਸ਼ਨ ਦੇ ਵੀ ਦਿੱਤੀ ਆ, ਪਰ ਹੁਣ ਜਿਸ ਹਿਸਾਬ ਦੇ ਨਾਲ ਗਵਰਨਰ ਨੇ ਇਹ ਜਿਹੜਾ ਨਵਾਂ ਪ੍ਰਪੋਜ਼ਲ ਪੇਸ਼ ਕੀਤਾ ਹੈਗਾ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੂੰ, ਇੰਸ਼ੋਰੈਂਸ ਕੰਪਨੀਆਂ ਨੂੰ ਜਲਦੀ ਤੋਂ ਜਲਦੀ ਜਿਹੜੇ ਰੇਟ ਵਧਾਉਣ ਦੀ ਪਰਮਿਸ਼ਨ ਦਿੱਤੀ ਜਾਵੇ। ਹੋ ਸਕਦਾ ਹੈ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਫਿਰ ਇੰਸ਼ੋਰੈਂਸ ਕੰਪਨੀਆਂ ਬਿਜ਼ਨਸ ਲਿਖਣਾ ਸ਼ੁਰੂ ਕਰ ਦੇਣ, ਪਰ ਇਹ ਨਹੀਂ ਹੋਣਾ ਹੈਗਾ ਵੀ ਜਿਹੜੇ ਰੇਟਸ ਆ ਉਹ ਬਹੁਤ ਘੱਟ ਹੋਣਗੇ, ਰੇਟਸ ਪਹਿਲਾਂ ਨਾਲੋਂ ਵੱਧ ਹੋਣਗੇ। ਜੀ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सबका स्वागत है। श्रोते प्रोग्राम चल रहा है जी इस टाइम अपडेट अमेरिका। हरजोत सिंह जी स्वागत है, सत श्री अकाल जी। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਹ ਬੜੀ ਇੰਪੋਰਟੈਂਟ ਆ, ਬੜੀ ਅਹਿਮ ਆ ਤੇ ਸਾਰੇ ਜਾਣੇ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਇਸ ਨੂੰ ਸੁਣੋ। ਜਿਵੇਂ ਆਪਾਂ ਜਾਣਦੇ ਹਾਂ ਵੀ ਪ੍ਰਾਪਰਟੀ ਕ੍ਰਾਈਮ ਦਿਨੋਂ ਦਿਨ ਵੱਧਦਾ ਜਾ ਰਿਹਾ, ਘਰਾਂ ਦੇ ਵਿੱਚ ਚੋਰੀ ਚਕਾਰੀ ਲੁੱਟਾਂ ਖੋਹਾਂ ਦਾ ਸਿਲਸਿਲਾ ਜਿਹੜਾ ਉਹ ਵੱਧ ਰਿਹਾ ਆ। ਅੱਜ ਇੱਕ ਨਵੀਂ ਰਿਪੋਰਟ ਕੈਲੀਫੋਰਨੀਆ ਦੇ ਬਾਬਤ ਇਹ ਜਿਹੜੀ ਸਾਹਮਣੇ ਆਈ ਆ, ਜਿਸ ਦੇ ਵਿੱਚ ਇਹ ਪਤਾ ਲੱਗੇ ਆ ਵੀ ਇਹ ਚੋਰੀਆਂ ਜਿਹੜੀਆਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਆ ਉਹ ਅਮਰੀਕਾ ਤੋਂ ਬਾਹਰੋਂ ਵੀ ਜਿਹੜਾ ਉਹ ਚੱਲ ਰਹੇ ਆ ਜਾਂ ਦੂਰ ਬੈਠੇ ਉਹ ਤੁਹਾਡੇ ਤੇ ਨਜ਼ਰ ਰੱਖਦੇ ਆ ਘਰ ਦੇ ਉੱਤੇ, ਤੇ ਫਿਰ ਬਾਅਦ ਦੇ ਵਿੱਚ ਜਦੋਂ ਤੁਸੀਂ ਨਹੀਂ ਹੁੰਦੇ ਤਾਂ ਫਿਰ ਤੁਹਾਨੂੰ ਇਹ ਚੋਰੀਆਂ ਕਰਨ ਦੇ ਲਈ ਆਉਂਦੇ ਆ। LA ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਕੈਮਰੇ ਦੀਆਂ ਤੇ ਬੈਟਰੀ ਪੈਕ ਦੀਆਂ, ਜੋ ਕਿ ਇੱਕ ਉੱਥੋਂ ਦੇ ਲੋਕਲ ਰੈਜ਼ੀਡੈਂਟ ਨੇ ਜਿਹੜੀਆਂ ਉਹਨੂੰ ਲੱਭੀਆਂ ਆਪਣੇ ਘਰ ਦੇ ਵਿੱਚੋਂ। ਤੇ ਫਿਰ ਜਿਹੜੀ ਪਤਾ ਲੱਗਾ ਵੀ ਇਹ ਤਾਂ ਹਿਡਨ ਸਰਵੇਲੈਂਸ ਇਕਵਿਪਮੈਂਟ ਆ, ਜੋ ਕਿ ਤੁਹਾਡੇ ਘਰ ਦੇ ਬਾਹਰ ਜਿਹੜੀਆਂ ਝਾੜੀਆਂ ਹੁੰਦੀਆਂ, ਫੁੱਲ ਬੂਟੇ ਲਾਏ ਹੁੰਦੇ ਆ, ਉਹਨਾਂ ਵਿੱਚ ਪੱਤਿਆਂ ਵਾਂਗੂ ਬਣਾ ਕੇ ਜਿਹੜੇ ਕੈਮਰੇ ਆ ਬੈਟਰੀ ਪੈਕ ਲਗਾ ਕੇ ਰੱਖ ਜਾਂਦੇ ਆ। ਫਿਰ ਤੁਹਾਡੇ ਤੇ ਨਜ਼ਰ ਰੱਖਦੇ ਆ, ਕਦੋਂ ਤੁਸੀਂ ਆਉਂਦੇ ਆ, ਕਦੋਂ ਤੁਸੀਂ ਨਹੀਂ ਹੁੰਦੇ, ਕਦੋਂ ਤੁਸੀਂ ਸੁੱਤੇ ਆ, ਤੇ ਫਿਰ ਉਸ ਹਿਸਾਬ ਦੇ ਨਾਲ ਜਿਹੜੇ ਆਪਣੇ ਬੰਦੇ ਆ ਇਹਨਾਂ ਨੂੰ ਘੱਲਦੇ ਆ, ਕ੍ਰਿਮੀਨਲਸ ਨੂੰ ਘੱਲਦੇ ਆ ਤੇ ਫਿਰ ਉੱਥੇ ਤੁਹਾਡੇ ਘਰਾਂ 'ਚ ਚੋਰੀ ਕਰਦੇ ਆ। ਕਹਿੰਦੇ ਸਟੇਟ ਟੂ ਸਟੇਟ ਹਾਈਲੀ ਆਰਗੇਨਾਈਜ਼ਡ ਕ੍ਰਿਮੀਨਲ ਐਂਟਰਪ੍ਰਾਈਜ਼ ਜਿਹੜੀਆਂ ਆ ਉਹ ਇਸ ਟਾਈਮ ਚੱਲ ਰਹੀਆਂ ਆ। ਚਿਲੀ ਤੋਂ ਤੇ ਕੋਲੰਬੀਆ ਦੇ ਜਿਹੜੇ ਨੈਸ਼ਨਲਸ ਆ, ਕਹਿੰਦੇ ਇਹ ਮੁੱਖ ਤੌਰ ਦੇ ਉੱਤੇ ਸਾਊਥ ਅਮਰੀਕਨ ਥੈਫਟ ਗਰੁੱਪ ਬਣਾ ਕੇ ਦੁਨੀਆ ਭਰ ਦੇ ਵਿੱਚ ਤੇ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਕੋਹਰਾਮ ਮਚਾ ਰਹੇ ਨੇ। SATG ਗਰੁੱਪ, ਇਹ ਸਾਊਥ ਅਮਰੀਕਨ ਥੈਫਟ ਗਰੁੱਪ ਆ। ਇਹ ਵੀਜ਼ੇ ਤੇ ਆਏ ਹੋ ਆ, ਬਹੁਤੇ ਲਿਮਟਡ ਟੂਰਿਸਟ ਵੀਜ਼ੇ ਦੇ ਉੱਤੇ। ਬਹੁਤ ਹੀ ਜ਼ਿਆਦਾ ਆਰਗੇਨਾਈਜ਼ ਕ੍ਰਿਮੀਨਲ ਐਂਟਰਪ੍ਰਾਈਜ਼ ਆ ਇਹ, ਜੋ LA ਕਾਉਂਟੀ ਦੇ ਸ਼ੈਰਿਫ ਆ ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ ਮਿੰਟਾਂ ਦੇ ਵਿੱਚ ਤੁਹਾਡੇ ਘਰ ਦੇ ਬਾਹਰ ਫਰੰਟ ਤੇ ਤਾਂ ਬੈਕ ਤੇ ਜਿਹੜੀਆਂ ਬੁਸ਼ਿਸ ਹੁੰਦੀਆਂ ਆ ਜਾਂ ਫੁੱਲ ਹੈਗੇ ਆ, ਝਾੜੀਆਂ ਆ, ਉਹਨਾਂ ਦੇ ਵਿੱਚ ਇਹ ਕੈਮਰੇ ਫਿੱਟ ਕਰ ਜਾਂਦੇ ਆ
ਤੇ ਮਿੰਟਾਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ। ਉਹ ਤੋਂ ਬਾਅਦ ਪੂਰੀ ਤਰ੍ਹਾਂ ਦੂਰ ਦਰਾਡੇ ਰਿਮੋਟਲੀ ਸਰਵੇਲੈਂਸ ਕਰਦੇ, ਕਿਉਂਕਿ ਉਹ ਬੈਟਰੀਆਂ ਦੇ ਨਾਲ ਕਨੈਕਟਡ ਹੁੰਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਤਾਰਾਂ, ਉਹਨਾਂ ਨੂੰ ਜਿਸ ਬੈਗ ਦੇ ਵਿੱਚ ਪੁੱਟ ਕੀਤਾ ਜਾਂਦਾ, ਉਹ ਫੁੱਲਾਂ ਵਾਂਗ ਹੀ ਸਜਾਇਆ, ਤੁਹਾਨੂੰ ਏਦਾਂ ਹੀ ਲੱਗਦਾ ਵੀ ਐਕਚੁਅਲ ਜਿਹੜਾ ਆ ਝਾੜੀ ਹੋਈ ਆ। ਉਹ ਸ਼ਰਬਸ ਜਾਂ ਫੁੱਲ ਹੈਗੇ ਆ। ਹੂੰ। ਭੁਲੇਖਾ ਪੈ ਹੀ ਨਹੀਂ ਸਕਦਾ ਹੈ ਵੀ ਜੀ ਇਹ ਕੋਈ ਕੈਮਰਾ ਹੋ ਸਕਦਾ ਹੈਗਾ ਆ। ਸੋ ਲਾ ਇਨਫੋਰਸਮੈਂਟ ਜਿਹੜੇ ਆਫੀਸ਼ੀਅਲਸ ਆ, ਉਹ ਘਰਾਂ ਵਾਲਿਆਂ ਨੂੰ, ਜਿਹੜੇ ਘਰਾਂ ਦੇ ਮਾਲਕ ਆ, ਅਪਾਰਟਮੈਂਟਾਂ ਵਾਲੇ ਆ, ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਮੋਸ਼ਨ ਐਕਟੀਵੇਟਡ ਲਾਈਟਸ ਜਿਹੜੀਆਂ ਆ ਲਾਓ, ਫੈਂਸਿੰਗ ਲਾਓ, ਸਰਵੇਲੈਂਸ ਸਿਸਟਮ ਜਿਹੜਾ ਤੁਹਾਡਾ ਜਿਹੜਾ ਔਨ ਹੋਣਾ ਚਾਹੀਦਾ, ਤਾਂ ਕਿ ਕਿਸੇ ਤਰ੍ਹਾਂ ਦੀ ਜਿਹੜੀ ਆ ਚੋਰੀ ਚਕਾਰੀ ਨਾ ਹੋਵੇ। ਸੋ ਦੇਖੋ ਵੀ ਇਹ ਕਿੰਨਾ ਜਿਹੜਾ ਇਹ ਨਵਾਂ ਕ੍ਰਾਈਮ ਜਿਹੜਾ ਇਹ ਪਤਾ ਚੱਲਿਆ ਵੀ ਕਿਸ ਹਿਸਾਬ ਦੇ ਨਾਲ ਘਰਾਂ ਨੂੰ ਲੁੱਟਦੇ ਹੈਗੇ ਆ। ਹਾਈਟੈਕ ਕਰ ਗਏ ਆ ਜੀ ਪੂਰਾ ਇਹਨਾਂ ਨੇ ਇਸ ਤਰੀਕੇ ਦੇ ਨਾਲ। ਸੋ ਪੂਰੇ ਭੁਲੇਖੇ ਦੇ ਵਿੱਚ ਦੂਰੋਂ ਜਿਹੜੇ ਆ ਉਹ ਤੁਹਾਨੂੰ ਵਾਚ ਕਰ ਰਹੇ ਆ, ਤੇ ਜਦੋਂ ਤੁਸੀਂ ਨਹੀਂ ਹੋਵੋਗੇ ਉੱਥੇ ਜਾਂ ਸੁੱਤੇ ਹੋਵੋਗੇ, ਇੱਧਰ ਉੱਧਰ ਗਏ ਹੋਵੋਗੇ, ਨਿਆਣਿਆਂ ਨੂੰ ਚੱਕਣ ਥੱਲਣ ਗਏ ਹੋਵੋਗੇ, ਤਾਂ ਬਸ ਉਸੇ ਦੌਰਾਨ ਉਹਨਾਂ ਨੇ ਕਰ ਲੈਣਾ। ਲਾ ਇਨਫੋਰਸਮੈਂਟ ਅਧਿਕਾਰੀ ਸਪੈਸ਼ਲ ਜਿਹੜਾ ਆ ਇਹ ਕਹਿ ਰਹੇ ਆ ਵੀ ਭਾਈ ਮੋਸ਼ਨ ਐਕਟੀਵੇਟਡ ਜਿਹੜੀਆਂ ਲਾਈਟਸ ਆ ਉਹ ਤੁਸੀਂ ਜ਼ਰੂਰ ਲਾਓ, ਤਾਂ ਜੋ ਕੋਈ ਵੀ ਤੁਹਾਡੇ ਨਜ਼ਦੀਕ ਆਉਂਦਾ ਆ ਤਾਂ ਤੁਸੀਂ ਜਿਹੜਾ ਆ ਉਸ ਨੂੰ ਨਾਲ ਦੇ ਨਾਲ ਹੀ ਜਿਹੜਾ ਉਹ ਤੁਹਾਨੂੰ ਪਤਾ ਜਿਹੜਾ ਉਹ ਲੱਗ ਜਾਵੇ। ਸੋ ਇਹ ਜਿਹੜੀ ਚੀਜ਼ ਆ ਉਹ ਇਸ ਟਾਈਮ ਜਿਹੜੀ ਉਹ ਹੋ ਰਹੀ ਆ, ਤੇ ਧਿਆਨ ਜਿਹੜਾ ਉਹ ਜ਼ਰੂਰ ਤੁਸੀਂ ਰੱਖੋ। ਆਲੇ ਦੁਆਲੇ ਘਰ ਦੇ ਪੈਰੀਮੀਟਰ ਦੇ ਵਿੱਚ ਘੁੰਮੋ ਫਿਰੋ, ਗੋਡੀ ਗਾਡੀ ਜਦੋਂ ਕਰਦੇ ਹੁੰਦੇ ਆ ਤੇ ਦੇਖਿਆ ਕਰੋ ਵੀ ਕੀ ਜਿਹੜਾ ਉਹ ਇਦਾਂ ਜੀ। ਦੀਆਂ ਚੀਜ਼ਾਂ ਤਾਂ ਨਹੀਂ ਇਹਨਾਂ ਨੇ ਲਾਈ ਜਿਹੜੀਆਂ ਉਹ ਰੱਖੀਆਂ। ਕਈ ਵਾਰੀ ਆਪਾਂ ਵੇਸਲੇ ਹੋ ਜਾਂਦੇ ਆ, ਤੇ ਇਸੇ ਵੇਸਲੇਪਨ ਦਾ ਜਿਹੜਾ ਉਹ ਫਿਰ ਫਾਇਦਾ ਆ ਇਹ ਆਰਗੇਨਾਈਜ਼ਡ ਕ੍ਰਾਈਮ ਵਾਲੇ ਉਹ ਚੱਕ ਲੈਂਦੇ ਆ। ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਹੈਗੇ ਪੰਜਾਬੀ ਰੇਡੀਓ ਯੂਐਸਏ ਦੇ, ਖਾਸ ਕਰਕੇ ਬੇਕਰਸਫੀਲਡ ਵਾਲੇ ਏਰੀਏ ਦੇ ਵਿੱਚ, ਤੁਸੀਂ 1350 AM ਨੂੰ ਕਾਰਾਂ 'ਚ, ਘਰਾਂ 'ਚ 107.5 FM ਨੂੰ ਸੁਣ ਰਹੇ ਹੋ। ਰੈਫਲ ਕੱਲ ਨੂੰ ਕੱਢਣੇ ਹੈਗੇ ਆ, ਤੇ ਤੀਜਾ ਰੈਫਲ ਤੇ ਫਾਈਨਲ ਰੈਫਲ ਹੋਣਾ ਹੈ ਇਹ ਬੇਕਰਸਫੀਲਡ ਦਾ। ਕਾਲ ਕਰ ਸਕਦੇ ਹੋ 408 272 5200, 408 272 5200। ਪਿਛਲੇ ਹਫ਼ਤਿਆਂ 'ਚ ਦੋ ਰੈਫਲ ਬੇਕਰਸਫੀਲਡ ਦੇ 5-5 ਨਾਮ ਕੱਢ ਚੁੱਕੇ ਹੈਗੇ ਆ। ਸੋ 5 ਇਸ ਵਾਰੀ ਕੱਲ ਨੂੰ ਫੇਰ ਕੱਢਣੇ ਆ, ਕਿਉਂਕਿ ਕਾਲਾਂ ਬਹੁਤ ਜ਼ਿਆਦਾ ਆਈਆਂ ਸੀਗੀਆਂ। ਤੇ ਪਿਛਲੇ ਵੀਕਐਂਡ ਦੇ ਦੌਰਾਨ ਸੈਕਰਾਮੈਂਟੋ ਦਾ ਜਿਹੜਾ ਏਰੀਆ ਆ, ਉੱਥੇ ਦੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਜਿਨ੍ਹਾਂ ਦੇ ਨਾਮ ਨਿਕਲੇ ਸੀ, ਉਹਨਾਂ ਨੂੰ ਆਪਾਂ ਸਿੰਘ ਕੌਰ ਪਾਰਕ ਦੇ ਵਿੱਚ ਉਹ ਸਾਰਿਆਂ ਨੂੰ ਰੈਫਲ ਉੱਥੇ ਦੇ ਜਿਹੜੇ ਸੀਗੇ ਉਹ ਪ੍ਰਾਈਜ਼ਸ ਸੀਗੇ ਉਹ ਦੇ ਦਿੱਤੇ ਸੀਗੇ। ਉਹਨਾਂ ਦੀਆਂ ਫੋਟੋਜ਼ ਵੀ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਪਾਈਆਂ। ਸੋ ਰਾਈਟ ਨਾਓ ਤੁਸੀਂ ਹੁਣ ਕਾਲ ਕਰ ਸਕਦੇ ਹੋ ਬੇਕਰਸਫੀਲਡ ਵਾਲਿਓ। ਨੰਬਰ ਹੈਗਾ 408 272 5200। ਸਿਰਫ ਤੁਹਾਡਾ ਨਾਮ ਤੇ ਫੋਨ ਨੰਬਰ ਹੀ ਚਾਹੀਦਾ ਹੈ ਜੀ। ਥੈਂਕ ਯੂ ਜੀ 408 272 5200 ਦੇ ਉੱਤੇ। ਹੁਣ ਇਜਾਜ਼ਤ, ਸਭ ਨੂੰ ਹੀ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ।